ਹਾਂਜੀ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਇਸ YouTube ਪਲੇਟਫਾਰਮ ਦੇ ਉੱਪਰ। ਤਾਂ ਦੋਸਤੋ, ਪਿਛਲੀ ਵੀਡੀਓ ਦੇ ਵਿੱਚ ਅਸੀਂ ਪਾਰਟ 1 ਲੈ ਕੇ ਆਏ ਸੀ। ਓਲੰਪਿਕ ਗੇਮਸ ਅਸੀਂ ਨੇ ਡਿਸਕਸ ਕੀਤੀਆਂ ਸੀ। ਬੇਸਿਕਲੀ ਜਿਹੜੀਆਂ ਓਲੰਪਿਕ ਗੇਮਸ ਨੇ ਉਹਨਾਂ ਨੂੰ ਅਸੀਂ ਕੁਝ ਭਾਗਾਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ, ਜਿਵੇਂ ਏਸ਼ੀਅਨ ਓਲੰਪਿਕਸ ਹੈਗੀਆਂ ਨੇ, ਮਾਡਰਨ ਓਲੰਪਿਕ ਗੇਮਸ ਹੈਗੀਆਂ ਨੇ, ਐਜ਼ ਵੈਲ ਐਜ਼ ਵਿੰਟਰ ਓਲੰਪਿਕ ਗੇਮਸ ਹੈਗੀਆਂ ਨੇ। ਤਾਂ ਮਾਡਰਨ ਓਲੰਪਿਕ ਗੇਮਸ ਜਿਨ੍ਹਾਂ ਨੂੰ ਅਸੀਂ ਸਮਰ ਓਲੰਪਿਕ ਗੇਮਸ ਵੀ ਕਹਿ ਦਿੰਦੇ ਹਾਂ, ਜਿਹੜੀਆਂ ਕਿ 1896 ਦੇ ਵਿੱਚ ਸਟਾਰਟ ਹੋਈਆਂ। ਇਸੇ ਤਰੀਕੇ ਦੇ ਨਾਲ ਜਿਹੜੀਆਂ ਸਾਡੀਆਂ ਵਿੰਟਰ ਓਲੰਪਿਕਸ ਨੇ ਉਹ ਸਟਾਰਟ ਹੋਈਆਂ ਸੀ 1924 ਦੇ ਵਿੱਚ ਸ਼ੈਮਿਨ ਦੇ ਵਿੱਚ। ਇਸੇ ਤਰੀਕੇ ਦੇ ਨਾਲ ਜਿਹੜੀਆਂ ਏਸ਼ੀਅਨਟ ਓਲੰਪਿਕ ਗੇਮਸ ਸੀ ਸਾਡੀਆਂ ਉਹ ਸ਼ੁਰੂ ਹੋਈਆਂ ਸੀ 776 BCE ਗਰੀਸ ਦੇ ਵਿੱਚ ਓਲੰਪੀਆ ਸਿਟੀ ਦੇ ਵਿੱਚ ਸ਼ੁਰੂ ਹੋਈਆਂ ਸੀ। ਤਾਂ ਥੋੜ੍ਹੇ ਬਹੁਤ ਫੈਕਟ ਨੇ ਜਿਹੜੇ ਮੇਜਰ। ਵੈਸੇ ਜਿਹੜੀ ਹਿਸਟਰੀ ਹੈ ਏਸ਼ੀਅਨਟ ਓਲੰਪਿਕ ਗੇਮਸ ਦੀ ਬਹੁਤ ਜ਼ਿਆਦਾ ਵਾਈਡ ਹੈ, ਪਰ ਅਸੀਂ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਦੇਖਾਂਗੇ ਜਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ, ਤਾਂ ਥੋੜ੍ਹੀਆਂ ਬਹੁਤ ਉਹ ਚੀਜ਼ਾਂ ਡਿਸਕਸ ਕਰਾਂਗੇ। ਤਾਂ ਉਹ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦਾ ਸਾਡਾ ਲੈਕਚਰ। ਤਾਂ ਸਭ ਤੋਂ ਪਹਿਲਾਂ ਦੋਸਤੋ, ਜਿਹੜੀ ਓਲੰਪਿਕ ਗੇਮਸ ਸਾਡੀਆਂ ਏਸ਼ੀਅਨਟ ਹੈਗੀਆਂ ਨੇ, ਇਹ ਬੇਸਿਕਲੀ ਇਕੱਲੀਆਂ ਇਹੀ ਗੇਮਸ ਨਹੀਂ ਹੁੰਦੀਆਂ ਸੀ। ਗਰੀਕ ਦੇ ਵਿੱਚ ਹੋਰ ਬਹੁਤ ਸਾਰੀਆਂ ਗੇਮਸ ਸੀ ਜਿਹੜੀਆਂ ਕਰਵਾਈਆਂ ਜਾਂਦੀਆਂ ਸੀ। ਤਾਂ ਇਹਨਾਂ ਨੂੰ ਕੰਬਾਈਨਡਲੀ ਬੋਲਿਆ ਜਾਂਦਾ ਸੀ ਪੈਨ ਹੈਲਨਿਕ ਗੇਮਸ ਬੋਲਿਆ ਜਾਂਦਾ ਸੀਗਾ। ਤਾਂ ਬੇਸਿਕਲੀ ਜਿਹੜੀਆਂ ਮੋਸਟ ਇੰਪੋਰਟੈਂਟ ਇਹਨਾਂ ਦੇ ਵਿੱਚ ਗੇਮਸ ਸੀਗੀਆਂ ਉਹ 4 ਗੇਮਸ ਸੀਗੀਆਂ: ਓਲੰਪਿਕ ਗੇਮਸ, ਪਾਈਥੀਅਨ ਗੇਮਸ, ਨੀਮਨ ਗੇਮਸ ਐਂਡ ਇਸਟਮੀਅਨ ਗੇਮਸ। ਤਾਂ ਬੇਸਿਕਲੀ ਇਹ 4 ਗੇਮਸ ਸੀਗੀਆਂ ਜਿਹੜੀਆਂ ਉਹ ਹੈਗੀਆਂ ਸੀਗੀਆਂ। ਤਾਂ ਇਹਨਾਂ ਨੂੰ ਕਲੈਕਟਿਵਲੀ ਬੋਲਿਆ ਜਾਂਦਾ ਸੀ ਪੈਨ ਹੈਲੇਨਿਕ ਗੇਮਸ। ਕਲੈਕਟਿਵਲੀ ਇਹਨਾਂ ਨੂੰ ਬੋਲਿਆ ਜਾਂਦਾ ਸੀ ਪੈਨ ਹੈਲੇਨਿਕ ਗੇਮਸ। ਤਾਂ ਥੋੜ੍ਹਾ ਇਹਨਾਂ ਸਾਰੀਆਂ ਬਾਰੇ ਅਸੀਂ ਇੱਥੋਂ ਹੀ ਦੇਖ ਲਵਾਂਗੇ। ਤਾਂ ਜੇਕਰ ਅਸੀਂ ਓਲੰਪਿਕ ਗੇਮਸ ਦੀ ਗੱਲ ਕਰੀਏ, ਜਿਹੜੀਆਂ ਏਸ਼ੀਅਨਟ ਓਲੰਪਿਕਸ ਹੈਗੀਆਂ ਨੇ, ਤਾਂ ਇਹ ਜਿਹੜੀਆਂ ਕਰਵਾਈਆਂ ਜਾਂਦੀਆਂ ਸੀ ਜੀ, ਇਹ ਕਰਵਾਈਆਂ ਜਾਂਦੀਆਂ ਸੀ ਜਿਊਸ ਜਿਸ ਤਰ੍ਹਾਂ ਤੁਸੀਂ ਇੰਡੀਆ ਦੇ ਰੈਫਰੈਂਸ ਤੋਂ ਦੇਖ ਸਕਦੇ ਹੋ। ਜਿਵੇਂ ਕਿ ਜੇਕਰ ਅਸੀਂ ਸਾਡੇ ਹਿੰਦੂ ਮਿਥ ਨੂੰ ਦੇਖਦੇ ਹਾਂ, ਜਾਂ ਸਾਡੇ ਜਿਹੜਾ ਹਿੰਦੂ ਟਰੈਡੀਸ਼ਨਲ ਹੈਗਾ, ਹਿੰਦੂ ਸਾਡਾ ਰਿਲੀਜਨ ਹੈਗਾ, ਤਾਂ ਉਹਦੇ ਵਿੱਚ ਬਹੁਤ ਸਾਰੇ ਦੇਵੀ ਦੇਵਤੀਆਂ ਨੇ, ਜਿਹੜੇ ਦੇਵਤੇ ਦੇਵੀਆਂ ਨੇ ਉਹ ਪਾਏ ਜਾਂਦੇ ਨੇ। ਹੈ ਨਾ, ਮੰਨਿਆ ਜਾਂਦਾ ਕਿ 33 ਕਰੋੜ ਦੇਵਤੇ ਅਤੇ ਦੇਵੀਆਂ ਨੇ ਜਿਹੜੀਆਂ ਉਹ ਸਾਡੇ ਹਿੰਦੂ ਧਰਮ ਦੇ ਵਿੱਚ ਹੈਗੇ ਨੇ। ਤਾਂ ਸੇਮ ਜਿਵੇਂ ਸਾਡੇ ਦੇਵੀ ਅਤੇ ਦੇਵਤਿਆਂ ਨੂੰ ਮੰਨਿਆ ਜਾਂਦਾ, ਉਸੇ ਤਰੀਕੇ ਦੇ ਨਾਲ ਜਿਹੜਾ ਗਰੀਕ ਦੇ ਵਿੱਚ ਸੀ ਉੱਥੇ ਵੀ ਬਹੁਤ ਸਾਰੇ ਦੇਵੀ ਅਤੇ ਦੇਵਤਿਆਂ ਨੂੰ ਮੰਨਿਆ ਜਾਂਦਾ। ਤਾਂ ਬੇਸਿਕਲੀ ਜਦੋਂ ਅਸੀਂ BC ਦੇ ਵਿੱਚ ਜਾਂਦੇ ਹਾਂ, ਬਿਫੋਰ ਕਾਮਨ ਏਰਾ ਦੀ ਗੱਲ ਕਰਦੇ ਹਾਂ, ਜਾਂ ਕ੍ਰਾਈਸਟ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ, ਤਾਂ ਉਦੋਂ ਜਿੰਨੇ ਵੀ ਸਿਵਲਾਈਜੇਸ਼ਨ ਹੋਈਆਂ, ਸਾਰੀਆਂ ਸਿਵਲਾਈਜੇਸ਼ਨ ਦੇ ਵਿੱਚ ਜਿਹੜਾ ਇਹ ਲਾ ਲਓ ਕਿ ਪਰਮਾਤਮਾ ਦਾ ਕਨਸੈਪਟ ਘੱਟ ਸੀਗਾ, ਤਾਂ ਦੇਵੀ ਦੇਵਤਿਆਂ ਨੂੰ ਜ਼ਿਆਦਾ ਮੰਨਿਆ ਜਾਂਦਾ ਸੀ ਸਾਰੇ ਕਿਤੇ। ਕਿਉਂਕਿ ਜਿਹੜੀਆਂ ਵੀ ਉਹਨਾਂ ਨੂੰ ਧਰਤੀ ਦੇ ਉੱਪਰ ਪਾਵਰਸ ਲੱਗਦੀਆਂ ਸੀ ਕਿ ਹਾਂ ਇਹ ਪੌਦਾ ਜਿਹੜਾ ਸਾਡੇ ਲਈ ਗੁਣਾਕਾਰੀ ਹੈ, ਜਾਂ ਬਿਜਲੀ ਕਿਵੇਂ ਚਮਕ ਰਹੀ ਹੈ, ਪਾਣੀ ਕਿਵੇਂ ਆ ਰਿਹਾ, ਤਾਂ ਹਰ ਇੱਕ ਚੀਜ਼ ਜਿਹੜੀ ਤੋਂ ਵੀ ਸਾਨੂੰ ਡਰ ਲੱਗਦਾ ਸੀ, ਅਸੀਂ ਉਹਨਾਂ ਨੂੰ ਆਪਣੇ ਐਜ਼ ਏ ਦੇਵੀ ਦੇਵਤੇ ਕੰਸੀਡਰ ਕਰ ਲਿਆ। ਤਾਂ ਇਸੇ ਤਰੀਕੇ ਨਾਲ ਜਿਵੇਂ ਹਿੰਦੂ ਮਿਥੋਲੋਜੀ ਦੇ ਵਿੱਚ ਦੇਵੀ ਦੇਵਤੇ ਹੈਗੇ ਨੇ, ਸੇਮ ਐਜ਼ ਇਟ ਇਜ਼ ਗਰੀਕ ਦੇ ਵਿੱਚ ਵੀ ਦੇਵੀ ਦੇਵਤੇ ਹੈਗੇ ਨੇ। ਤਾਂ ਸਭ ਤੋਂ ਜਿਹੜੀਆਂ ਸੁਪਰੀਮ ਗੇਮਸ ਮੰਨੀਆਂ ਜਾਂਦੀਆਂ ਨੇ ਉੱਥੋਂ ਦੇ, ਉਹ ਮੰਨੀਆਂ ਜਾਂਦੀਆਂ ਨੇ ਓਲੰਪਿਕ ਗੇਮਸ। ਅਤੇ ਕਿਹਦੇ ਓਨਰ ਦੇ ਵਿੱਚ ਕਰਵਾਈਆਂ ਜਾਂਦੀਆਂ ਨੇ? ਗੋਡ ਜਿਊਸ ਜਿਹੜਾ ਕਿ ਸਾਰੇ ਦੇਵਤੇ ਅਤੇ ਦੇਵੀਆਂ ਨੇ ਜਿਹੜੀਆਂ ਉਹਨਾਂ ਦਾ ਪ੍ਰਧਾਨ ਹੈ ਗਰੀਕ ਰਿਲੀਜਨ ਦੇ ਵਿੱਚ, ਗੋਡ ਜਿਊਸ। ਤਾਂ ਇਹਨਾਂ ਦੀ ਲੋਕੇਸ਼ਨ ਕੀ ਹੈ ਜੀ? ਕਰਵਾਈਆਂ ਕਿੱਥੇ ਜਾਂਦੀਆਂ ਨੇ? ਓਲੰਪੀਆ ਸਿਟੀ ਹੈ ਜਿੱਥੇ ਕਰਵਾਈਆਂ ਜਾਂਦੀਆਂ ਨੇ। ਓਲੰਪੀਆ ਟਾਊਨ ਐਲਿਸ ਦੇ ਵਿੱਚ ਹੈਗਾ। ਸਟਾਰਟ ਕਦੋਂ ਹੋਈਆਂ ਨੇ? 776 BCE ਵੀ ਲਿਖ ਸਕਦੇ ਇਹਨੂੰ, ਬਿਫੋਰ ਕਾਮਨ ਏਰਾ। ਤਾਂ ਉੱਥੇ ਇੱਕ ਮਾਊਂਟ ਓਲੰਪਸ ਵੀ ਹੈਗਾ, ਹੈ ਨਾ। ਤਾਂ ਇਹ ਜਿਹੜਾ ਨਾਮ ਮੰਨਿਆ ਜਾਂਦਾ, 2 ਚੀਜ਼ਾਂ ਤੋਂ ਮੰਨਿਆ ਜਾਂਦਾ। ਇੱਕ ਤਾਂ ਜਿਹੜਾ ਟਾਊਨ ਹੈ ਉਹਦਾ ਨਾਮ ਓਲੰਪੀਆ। ਓਲੰਪੀਆ ਟਾਊਨ ਦਾ ਨਾਮ ਕਿਉਂ ਸੀਗਾ? ਕਿਉਂਕਿ ਉਹ ਮਾਊਂਟ ਓਲੰਪਸ ਦੇ ਕੋਲ ਸੀਗਾ, ਅਤੇ ਉਹ ਮਾਊਂਟ ਓਲੰਪਸ ਜਿਹੜਾ ਪਰਬਤ ਸੀਗਾ ਓਲੰਪਸ, ਤਾਂ ਉਸੇ ਤੋਂ ਮੰਨਿਆ ਜਾਂਦਾ ਕਿ ਜਿਹੜਾ ਓਲੰਪਿਕ ਗੇਮਾਂ ਦਾ ਨਾਮ ਪਿਆ ਓਲੰਪਿਕ, ਕਿਉਂਕਿ ਮਾਊਂਟ ਓਲੰਪਸ ਦੇ ਟਾਊਨ ਦੇ ਵਿੱਚ ਇਹ ਖੇਡਾਂ ਸੀ ਜਿਹੜੀਆਂ ਕਰਵਾਈਆਂ ਗਈਆਂ। ਅਤੇ ਪਹਿਲੀ ਵਾਰ ਕਦੋਂ ਕਰਵਾਈਆਂ ਗਈਆਂ? 776 BC ਦੇ ਵਿੱਚ। ਤਾਂ ਜਿਹੜੇ ਇਹਨਾਂ ਦੇ ਜੇਤੂ ਖਿਡਾਰੀ ਹੁੰਦੇ ਸੀ ਉਹਨਾਂ ਨੂੰ ਕੀ ਦਿੱਤਾ ਜਾਂਦਾ ਸੀਗਾ ਜੀ? ਓਲੀਵ ਜਿਹੜਾ ਜੈਤੂਨ ਸੀਗਾ ਉਹਦੇ ਪਹਿਨਾਏ ਜਾਂਦੇ ਸੀਗੇ, ਹੈ ਨਾ, ਉਹਨਾਂ ਨੂੰ ਤਾਜ ਪਹਿਨਾਏ ਜਾਂਦੇ ਸੀਗੇ। ਅਤੇ ਹਰ 4 ਸਾਲ ਬਾਅਦ ਇਹ ਖੇਡਾਂ ਕਰਵਾਈਆਂ ਜਾਂਦੀਆਂ ਸੀ।
ਤਾਂ ਇਹ ਸੁਪਰੀਮ ਗੋਡ ਨੂੰ ਜਿਹੜਾ ਟ੍ਰਿਬਿਊਟ ਦਿੱਤਾ ਜਾਂਦਾ ਸੀ ਇਹਨਾਂ ਗੇਮਸ ਦੇ ਥਰੂ। ਬੇਸਿਕਲੀ ਜਿਹੜੀਆਂ ਇਹ ਗੇਮਸ ਨੇ ਕੋਈ ਸਪੋਰਟਸ ਕੰਪੀਟੀਸ਼ਨ ਇਹਨਾਂ ਨੂੰ ਮੰਨਿਆ ਜਾਂਦਾ ਸੀਗਾ, ਇੱਕ ਰਿਲੀਜੀਅਸ ਫੈਸਟੀਵਲ ਸੀਗਾ, ਧਾਰਮਿਕ ਫੈਸਟੀਵਲ ਸੀਗਾ। ਦੇਵਤੇ ਦੇ ਨਾਮ ਦੇ ਉੱਪਰ ਲੋਕ ਸੀ ਜਿਹੜੇ ਉਹ ਇਕੱਠੇ ਹੋ ਕੇ ਕੁਛ ਰਸਮਾਂ ਸੀ ਜਿਹੜੀਆਂ ਉਹ ਅਦਾ ਕਰਦੇ ਸੀ, ਕੰਪੀਟੀਸ਼ਨ ਕਰਵਾਉਂਦੇ ਸੀ। ਤਾਂ ਇਹਨੂੰ ਇੱਕ ਸਪੋਰਟਸ ਕੰਪੀਟੀਸ਼ਨ ਨਾ ਕਹਿ ਕੇ ਅਸੀਂ ਰਿਲੀਜੀਅਸ ਫੈਸਟੀਵਲ ਆਖ ਸਕਦੇ ਹਾਂ। ਤਾਂ ਇਹ ਖੇਡਾਂ ਨੇ ਜਿਹੜੀਆਂ ਇਹ ਮੋਸਟ ਜਿਹੜੀਆਂ ਸਭ ਤੋਂ ਜ਼ਿਆਦਾ ਪ੍ਰੋਮੀਨੈਂਟ ਗੇਮਸ ਹੈਗੀਆਂ ਨੇ, ਇਹੀ ਮੰਨੀਆਂ ਜਾਂਦੀਆਂ ਨੇ, ਜਿਹੜੀਆਂ ਕਿ ਹਰ 4 ਸਾਲ ਬਾਅਦ ਕਰਵਾਈਆਂ ਜਾਂਦੀਆਂ ਸੀ। ਅਗਲੀ ਗੱਲ ਕਰਦੇ ਹਾਂ ਜੀ ਪਾਈਥਨ ਗੇਮਸ। ਤਾਂ ਓਲੰਪਿਕ ਗੇਮਸ ਤੋਂ ਬਾਅਦ ਜਿਹੜਾ ਰੈਂਕ ਦਿੱਤਾ ਗਿਆ ਸੀ ਉਹ ਪਾਈਥਨ ਗੇਮਸ ਨੂੰ ਦਿੱਤਾ ਗਿਆ ਸੀਗਾ। ਇਹ ਕਿਹਦੇ ਆਨਰ ਦੇ ਵਿੱਚ ਕਰਵਾਈਆਂ ਜਾਂਦੀਆਂ ਸੀ ਜੀ? ਗੋਡ ਅਪੋਲੋ। ਤਾਂ ਹੁਣ ਇੱਥੇ ਧਿਆਨ ਦੇਣ ਵਾਲਾ ਜੀ, ਗੋਡ ਅਪੋਲੋ ਨੇ ਇੱਕ ਪਾਈਥਨ ਹੈ ਜਿਹੜਾ ਇੱਕ ਸਨੇਕ ਸੀਗਾ, ਇੱਕ ਸੱਪ ਸਰਪੈਂਟ ਮੰਨਿਆ ਜਾਂਦਾ ਹੈ, ਜਿਹੜਾ ਧਰਤੀ ਦੇ ਵਿੱਚੋਂ ਪੈਦਾ ਹੋਇਆ ਸੀ ਪਾਈਥਨ। ਤਾਂ ਪਾਈਥਨ ਹੈ ਜਿਹੜਾ ਉਹਨੂੰ ਖ਼ਤਮ ਕੀਤਾ ਸੀਗਾ ਅਪੋਲੋ ਨੇ, ਮਾਰ ਕੇ ਧਰਤੀ ਨੂੰ ਫ੍ਰੀ ਕੀਤਾ ਸੀਗਾ, ਲੋਕਾਂ ਦੇ ਰਹਿਣ ਯੋਗ ਬਣਾਇਆ ਸੀ। ਪਰ ਇਸ ਨੇ ਜਦੋਂ ਅਪੋਲੋ ਨੇ ਉਹਨੂੰ ਮਾਰਤਾ ਪਾਈਥਨ ਨੂੰ, ਤਾਂ ਇਸ ਦੇ ਉੱਪਰ ਗੋਡ ਜਿਊਸ ਆ ਜਿਹੜਾ ਉਹ ਗੁੱਸੇ ਹੋ ਜਾਂਦੇ ਨੇ। ਉਹ ਕਹਿੰਦੇ ਨੇ ਕਿ ਤੂੰ ਇਹ ਕ੍ਰਾਈਮ ਕੀਤਾ ਤਾਂ ਇਹ ਕ੍ਰਾਈਮ ਦਾ ਭੁਗਤਾਨ ਤੈਨੂੰ ਕਰਨਾ ਪਊਗਾ। ਤਾਂ ਅਪੋਲੋ ਨੇ ਪਾਈਥਨ ਨੂੰ ਸ਼ਰਧਾਂਜਲੀ ਦੇਣ ਵਾਸਤੇ ਪਾਈਥਨ ਗੇਮਸ ਸੀਗੀਆਂ ਜਿਹੜੀਆਂ ਉਹ ਸ਼ੁਰੂ ਕੀਤੀਆਂ। ਤਾਂ ਬੇਸਿਕਲੀ ਸ਼ੁਰੂ ਕਿਹਨੇ ਕੀਤੀਆਂ ਸੀ? ਅਪੋਲੋ ਨੇ। ਕੀਤੀਆਂ ਕਿਹਦੇ ਲਈ ਸੀ? ਜਿਹੜਾ ਉਹਨਾਂ ਨੇ ਪਾਈਥਨ ਦਾ ਖਾਤਮਾ ਕੀਤਾ ਸੀ। ਅਤੇ ਇਹਨੂੰ ਆਖਿਆ ਕਿਹਨੇ ਸੀਗਾ? ਯੂਸ ਨੇ ਆਖਿਆ ਸੀ, ਹੈ ਨਾ। ਤਾਂ ਇਹ ਕਰਵਾਈਆਂ ਕਿੱਥੇ ਗਈਆਂ ਜੀ? ਡੈਲਫੀ ਦੇ ਵਿੱਚ ਕਰਵਾਈਆਂ ਗਈਆਂ। ਸ਼ੁਰੂ ਕਦੋਂ ਹੋਈਆਂ? 6ਵੀਂ ਸੈਂਚੁਰੀ ਦੇ ਵਿੱਚ। ਦਿੱਤਾ ਕੀ ਜਾਂਦਾ ਜੀ? ਲਾਰਲ ਬ੍ਰੈਥ। ਅਤੇ ਇਹ ਕਦੋਂ ਕਰਵਾਈਆਂ ਜਾਂਦੀਆਂ ਨੇ? ਇਹ ਵੀ 4 ਸਾਲ ਬਾਅਦ ਕਰਵਾਈਆਂ ਜਾਂਦੀਆਂ ਨੇ, ਯਾਨੀ ਕਿ ਓਲੰਪਿਕਸ ਤੋਂ 2 ਸਾਲ ਪਹਿਲਾਂ ਅਤੇ 2 ਸਾਲ ਬਾਅਦ। ਅੱਗੇ ਅਸੀਂ ਗੱਲ ਕਰ ਲਈਏ ਜੀ ਨੈਮਨ ਗੇਮਸ। ਨੈਮਨ ਗੇਮਸ ਨੇ ਜਿਹੜੀਆਂ ਇਹ ਆਨਰ ਕੀਤੀਆਂ ਜਾਂਦੀਆਂ ਨੇ ਗੋਡ ਜਿਊਸ ਅਤੇ ਹਰਕੁਲਿਸ ਨੂੰ। ਹਰਕੁਲਿਸ, ਜੇਕਰ ਤੁਸੀਂ ਮੂਵੀ ਦੇਖੀ ਹੋਵੇ ਰੌਕ ਦੀ, ਡਿਵਾਨੇ ਜੌਨਸਨ ਦੀ ਇੱਕ ਮੂਵੀ ਵੀ ਹੈਗੀ ਹੈ ਹਰਕੁਲਿਸ, ਬਹੁਤ ਸੋਹਣੀ ਮੂਵੀ ਹੈ। ਤਾਂ ਉਹਦੇ 'ਚ ਉਹਨਾਂ ਨੇ ਹਰਕੁਲਿਸ ਦਾ ਰੋਲ ਪਲੇ ਕੀਤਾ ਹੋਇਆ। ਹਰਕੁਲਿਸ ਬੇਸਿਕਲੀ ਬੇਟੇ ਹੈਗੇ ਨੇ ਜਿਊਸ ਦੇ। ਤਾਂ ਹਰਕੁਲਿਸ ਨੇ ਕੀ ਕੀਤਾ ਸੀ? ਇੱਕ ਲੁਆਇਨ ਸੀਗਾ ਜਿਹੜਾ ਨੀਮਨ ਦੀ ਜਗ੍ਹਾ 'ਤੇ ਰਹਿੰਦਾ ਸੀ, ਜਿਹੜਾ ਮੰਨਿਆ ਜਾਂਦਾ ਸੀ ਕਿ ਉਹਨੂੰ ਕੋਈ ਵੀ ਖ਼ਤਮ ਨਹੀਂ ਕਰ ਸਕਦਾ। ਤਾਂ ਉਹਨੂੰ ਮਾਰਨ ਦਾ ਕੰਮ ਹਰਕੁਲਿਸ ਨੇ ਕੀਤਾ ਸੀ। ਤਾਂ ਉਹਦੇ ਟ੍ਰਿਬਿਊਟ ਦੇ ਵਿੱਚ, ਕਿਉਂਕਿ ਉਹਨਾਂ ਨੇ ਨੈਮਨ ਨਾਮ ਦਾ ਲੁਆਇਨ ਹੈ ਜਿਹੜਾ ਉਹਦਾ ਖਾਤਮਾ ਕੀਤਾ ਸੀ, ਉਹਦੇ ਟ੍ਰਿਬਿਊਟ ਦੇ ਵਿੱਚ ਇਹ ਨੈਮਨ ਗੇਮ ਸੀ ਜਿਹੜੀਆਂ ਉਹ ਕਰਵਾਈਆਂ ਜਾਂਦੀਆਂ ਸੀਗੀਆਂ। ਤਾਂ ਇਹਨਾਂ ਦਾ ਜਗ੍ਹਾ ਸੀ ਜਿਹੜੀ ਉਹ ਹੈਗੇ ਸੀ ਜੀ ਕੋਰੀਨਾਥ, ਅਤੇ 573 BC ਦੇ ਵਿੱਚ ਕਰਵਾਈਆਂ ਗਈਆਂ। ਵਾਈਲਡ ਸੈਲਰੀ ਸੀ ਜਿਹੜੀ ਇਹਦੀ ਪ੍ਰਾਈਜ਼ ਮਨੀ ਸੀ, ਲਾ ਲਓ, ਹੈ ਨਾ, ਜਿਹੜਾ ਵੀ ਪ੍ਰਾਈਜ਼ ਉਦੋਂ ਦਿੱਤਾ ਜਾਂਦਾ ਸੀਗਾ। ਅਤੇ ਇਹ ਵੀ 2 ਸਾਲ ਪਹਿਲਾਂ ਅਤੇ 2 ਸਾਲ ਬਾਅਦ ਓਲੰਪਿਕ ਗੇਮਸ ਤੋਂ ਕਰਵਾਈਆਂ ਜਾਂਦੀਆਂ ਸੀ। ਲਾਸਟ ਜਿਹੜੀਆਂ 4th ਗੇਮਸ ਸਾਡੇ ਕੋਲ ਹੈਗੀਆਂ ਨੇ ਜੀ, ਇਹ ਹੈਗੀਆਂ ਨੇ ਇਸਟਮੀਅਨ ਗੇਮਸ। ਤਾਂ ਬੇਸਿਕਲੀ ਜਿਹੜੀਆਂ ਇਸਟਮੀਅਨ ਗੇਮਸ ਨੇ ਇਹ ਕਰਵਾਈਆਂ ਜਾਂਦੀਆਂ ਨੇ ਜੀ ਗੋਡ ਜਿਹੜਾ ਪੋਸੀਡਨ ਹੈਗਾ, ਤਾਂ ਪੋਸੀਡਨ ਦੇ ਅਸਰ ਨੂੰ ਟ੍ਰਿਬਿਊਟ ਕਰਨ ਦੇ ਲਈ ਮਨਾਈਆਂ ਜਾਂਦੀਆਂ ਨੇ ਇਹ ਖੇਡਾਂ। ਗੋਡ ਪੋਸੀਡਨ ਜਿਹੜੇ ਹੈਗੇ ਨੇ ਇਹਨਾਂ ਨੂੰ ਗੋਡ ਆਫ ਸੀ ਮੰਨਿਆ ਜਾਂਦਾ ਹੈ ਗ੍ਰੀਕ ਮਿਥੋਲੋਜੀ ਦੇ ਵਿੱਚ। ਤਾਂ ਇਹ ਥੋੜ੍ਹੀ ਜਿਹੀ ਕਹਾਣੀ ਦੇਖ ਲਈਏ। ਬੇਸਿਕਲੀ ਜੇ ਤੁਸੀਂ ਇਹਨਾਂ ਦਾ ਨਾਮ ਸੁਣਿਆ ਹੋਵੇ, 2nd 'ਤੇ ਲਿਖਿਆ ਹੋਇਆ ਸਿਸੀਫਸ, 3rd ਹੈਗੇ ਨੇ ਮੈਲੀਕ੍ਰੇਟਸ। ਤਾਂ ਇਹਦੇ 'ਚ ਕੀ ਹੁੰਦਾ, ਇਹਨਾਂ ਦੀ ਸਟੋਰੀ ਦੇ ਵਿੱਚ ਕੀ ਹੁੰਦਾ ਕਿ ਬੇਸਿਕਲੀ ਜਿਹੜੇ ਸਿਸੀਫਸ ਨੇ, ਤਾਂ ਇਹਨਾਂ ਦੇ ਉੱਪਰ ਇੱਕ ਐਲਬਰਟ ਕਾਮੂ ਦਾ ਬਹੁਤ ਸੋਹਣਾ ਨਾਵਲ ਵੀ ਹੈਗਾ, ਮਿਥ ਆਫ ਸਿਸੀਫਸ। ਸਿਸੀਫਸ ਅਸਲ ਦੇ ਵਿੱਚ ਕੌਣ ਸੀਗੇ? ਇਹ ਵੀ ਇੱਕ ਉਹਨਾਂ ਦੇ ਦੇਵੀ ਦੇਵਤੇ ਮੰਨੇ ਜਾਂਦੇ ਨੇ ਗ੍ਰੀਕ ਮਿਥੋਲੋਜੀ ਦੇ ਵਿੱਚ। ਤਾਂ ਸਿਸੀਫਸ ਸੀਗੇ ਜਿਹੜੇ ਇਹ ਕੀ ਕਰਦੇ ਸੀ, ਜਿਹੜੇ ਇਹਨਾਂ ਦੇ ਕੋਲ ਟਰੈਵਲਰ ਆਉਂਦੇ ਸੀ, ਵਪਾਰ ਕਰਨ ਲੋਕ ਆਉਂਦੇ ਸੀ, ਉਹਨਾਂ ਨੂੰ ਮਾਰ ਦਿੰਦੇ ਸੀ। ਜਦੋਂ ਗੋਡ ਜਿਊਸ ਨੂੰ ਇਹ ਪਤਾ ਲੱਗਦਾ ਕਿ ਇਹ ਉਹਨਾਂ ਨਾਲ ਦੁਰਵਿਵਹਾਰ ਕਰ ਰਿਹਾ ਸਿਸੀਫਸ ਹੈ ਜਿਹੜਾ, ਤਾਂ ਉਸ ਤੋਂ ਬਾਅਦ ਉਹ ਉਹਨਾਂ ਨੂੰ ਸਜ਼ਾ ਦਿੰਦਾ ਹੈ ਨਾ, ਸਜ਼ਾ ਦੇਣ ਲਈ ਮੌਤ ਦੀ ਸਜ਼ਾ ਦੇ ਦਿੰਦਾ ਉਹਨਾਂ ਨੂੰ। ਤਾਂ ਇਹ ਜਿਹੜਾ ਸਿਸੀਫਸ ਸੀਗਾ ਇਹ ਬਹੁਤ ਜ਼ਿਆਦਾ ਚਲਾਕ ਸੀਗਾ। ਇਹਨੇ ਕੀ ਕੀਤਾ, ਜਦੋਂ ਮੌਤ ਦੀ ਸਜ਼ਾ ਉਹਨੇ ਦੇਤੀ ਤਾਂ ਇਹਨੇ ਪਹਿਲਾਂ ਹੀ ਕੋਈ ਇਹੋ ਜਿਹਾ ਝਰਨਾ ਸੀ ਜਿਹੜਾ ਉਹ ਲੱਭ ਲਿਆ ਜਿਹਦੇ ਨਾਲ ਉਹ ਦੁਬਾਰਾ ਜਿਉਂਦਾ ਹੋ ਸਕੇ। ਤਾਂ ਉਹ ਮੌਤ ਦੀ ਸਜ਼ਾ ਦੇ ਦਿੰਦੇ ਨੇ, ਪਰ ਉਹ ਤੋਂ ਬਾਅਦ ਦੁਬਾਰਾ ਸਿਸੀਫਸ ਹੈ ਜਿਹੜਾ ਉਹ ਜਿਉਂਦਾ ਹੋ ਜਾਂਦਾ ਹੈ। ਤਾਂ ਜਦੋਂ ਜਿਊਸ ਨੂੰ ਦੁਬਾਰਾ ਪਤਾ ਲੱਗਦਾ ਕਿ ਉਹ ਐਵੇਂ ਕਰਕੇ ਧੋਖਾ ਕਰ ਗਿਆ, ਚੀਟਿੰਗ ਕਰ ਗਿਆ, ਫਿਰ ਉਸ ਤੋਂ ਬਾਅਦ ਜਿਹੜਾ ਜਿਊਸ ਸੀਗਾ, ਜਿਊਸ ਨੇ ਕੀ ਕੀਤਾ, ਉਹਨਾਂ ਨੇ ਇੱਕ ਥੈਂਟੋਸ, ਤੁਸੀਂ ਜੇਕਰ ਸਿਗਮੰਡ ਫਰਾਇਡ ਪੜ੍ਹਿਆ ਹੋਵੇ ਤਾਂ ਉਹਨਾਂ ਦੇ ਕਿਤਾਬਾਂ ਦੇ ਵਿੱਚ ਥੈਂਟੋਸ ਵਰਡ ਆਉਂਦਾ ਇੱਕ ਯੂਜ਼ ਕੀਤਾ। ਜਾਂ ਵੈੱਬ ਸੀਰੀਜ਼ ਹੈ ਜਿਹੜੀ ਫਰੀਡ ਨੈਟਫਲਿਕਸ 'ਤੇ ਪਈ ਹੈ, ਉਹਦੇ ਵਿੱਚ ਵੀ ਥੈਂਟੋਸ ਦਾ ਨਾਮ ਦਾ ਇੱਕ ਉਹ ਸ਼ੋਅ ਕਰਦੇ ਨੇ ਨਾ, ਇੱਕ ਕਰੈਕਟਰ ਸ਼ੋਅ ਕਰਦੇ ਨੇ। ਤਾਂ ਯੂਸ ਹੈ ਜਿਹੜਾ ਉਹ ਥੈਂਟੋਸ ਦੀ ਡਿਊਟੀ ਲਗਾਉਂਦਾ ਕਿ ਉਹਨੇ ਸਿਸੀਫਸ ਨੂੰ ਖ਼ਤਮ ਕਰਨਾ।
ਤਾਂ ਜਿਹੜਾ ਥੈਂਟੋਸ ਹੁੰਦਾ ਹੈ ਉਹ ਜਿਹੜਾ ਸਿਸੀਫਸ ਹੈ ਉਹਨੂੰ ਮਾਰਨ ਤੋਂ ਪਹਿਲਾਂ ਉਹਦੀ ਆਖਰੀ ਖੁਆਇਸ਼ ਪੁੱਛਦਾ। ਤਾਂ ਇੱਥੇ ਫਿਰ ਸਿਸੀਫਸ ਫੇਰ ਚਲਾਕੀ ਖੇਡਦਾ। ਉਹ ਕਹਿੰਦਾ ਵੀ ਮੇਰੀ ਆਖਰੀ ਖੁਆਇਸ਼ ਇਹ ਹੈ ਕਿ ਜਿਹੜੇ ਤਰੀਕੇ ਨਾਲ ਤੂੰ ਮੈਨੂੰ ਮਾਰੇਂਗਾ ਤੂੰ ਉਹ ਆਪਣੇ ਦੇ ਉੱਪਰ ਇੰਪਲੀਮੈਂਟ ਕਰਕੇ ਦਿਖਾ। ਤਾਂ ਜਦੋਂ ਉਹ ਆਪਣੇ 'ਤੇ ਇੰਪਲੀਮੈਂਟ ਕਰਦਾ ਤਾਂ ਉਹ ਖੁਦ ਹੀ ਉਸ ਦੇ ਵਿੱਚ ਝਾਂਸੇ ਦੇ ਵਿੱਚ ਆ ਜਾਂਦਾ ਅਤੇ ਖੁਦ ਜੰਜੀਰਾਂ 'ਚ ਜਕੜਿਆ ਜਾਂਦਾ ਅਤੇ ਸਿਸੀਫਸ ਫੇਰ ਭੱਜ ਜਾਂਦਾ। ਅਤੇ ਗੋਡ ਜਿਊਸ ਹੈ ਜਿਹੜਾ ਉਹ ਫੇਰ ਹੈ ਜਿਹੜਾ ਗੁੱਸੇ ਹੋ ਜਾਂਦਾ ਤਾਂ ਫਿਰ ਉਹ ਇਹਨੂੰ ਸਜ਼ਾ ਦਿੰਦਾ। ਜਿਹੜੀ ਇਹ ਹੁਣ ਮਿੱਥ ਹੈ ਜਿਹੜੀ ਅਸਲੀ ਉਹ ਸ਼ੁਰੂ ਹੁੰਦੀ ਹੈ ਨਾ, ਜਿਹੜੀ ਮਿੱਥ ਆਫ ਸਿਸੀਫਸ ਹੈ। ਤਾਂ ਇਹਨੂੰ ਸਜ਼ਾ ਦਿੱਤੀ ਜਾਂਦੀ ਹੈ ਕਿ ਇਹਨੇ ਇੱਕ ਪੱਥਰ ਹੈ ਉਹਨੂੰ ਪਹਾੜ ਦੇ ਉੱਪਰ ਚੜਾਉਣਾ, ਨੀਚੇ ਲਾਉਣਾ, ਪਹਾੜ ਦੇ ਉੱਪਰ ਚੜਾਉਣਾ, ਨੀਚੇ ਲਾਉਣਾ। ਅਤੇ ਇਹਨੂੰ ਅਨੰਤ ਕਾਲ ਦੇ ਲਈ ਇਹ ਸਜ਼ਾ ਦਿੱਤੀ ਜਾਂਦੀ ਹੈ ਕਿ ਬਸ ਤੂੰ ਜਦੋਂ ਤੱਕ ਰਹੇਗਾ ਤਾਂ ਇਹੀ ਕੰਮ ਕਰਦੇ ਰਹਿਣਾ। ਯਾਨੀ ਕਿ ਮੀਨਿੰਗਲੈਸ ਉਹਨੂੰ ਕੰਮ ਸੀਗਾ ਜਿਹੜਾ ਉਹ ਦਿੱਤਾ ਗਿਆ, ਜਿਹੜੇ ਕੰਮਾਂ ਦਾ ਕੋਈ ਮਤਲਬ ਨਹੀਂ ਸੀ। ਉਹਦੀ ਸਾਰੀ ਜ਼ਿੰਦਗੀ ਸੀ ਜਿਹੜੀ ਉਹ ਵਿਅਰਥ ਕਰ ਦਿੱਤੀ ਗਈ। ਪਰ ਇਹਦੇ ਵਿੱਚ ਕਿਤੇ ਇੱਕ ਕਰੈਕਟਰ ਆਉਂਦਾ ਜੀ ਮੈਲੀਕ੍ਰੇਟਸ। ਤਾਂ ਮੈਲੀਕ੍ਰੇਟਸ ਅਤੇ ਉਹਦੀ ਵਾਈਫ ਹੁੰਦੇ ਨੇ। ਤਾਂ ਕਿਸੇ ਕਾਰਨ ਕਰਕੇ ਜਿਹੜੇ ਕਬੀਲੇ ਵਾਲੇ ਹੁੰਦੇ ਨੇ ਇਹਨਾਂ ਨੂੰ ਬਾਹਰ ਕੱਢਦੇ ਨੇ। ਤਾਂ ਇਹ ਦੋਨੇ ਨੇ ਜਿਹੜੇ ਇਹ ਇੱਕ ਪਹਾੜ ਦੇ ਉੱਪਰ ਚੜ੍ਹ ਕੇ ਨੀਚੇ ਛਾਲ ਮਾਰਦੇ ਨੇ। ਤਾਂ ਛਾਲ ਮਾਰ ਕੇ ਜਿਹੜੇ ਇਹ ਬੰਦਾ ਦੋਨੋਂ ਹੈਗੇ ਨੇ ਤਾਂ ਇਹ ਦੋਨੋਂ ਛਾਲ ਮਾਰ ਕੇ ਪਾਣੀ ਦੇ ਵਿੱਚ ਆਪਣੀ ਜਾਨ ਹੈ ਜਿਹੜੀ ਦੇ ਦਿੰਦੇ ਨੇ। ਤਾਂ ਉਸੇ ਕਰਕੇ ਪਾਣੀ ਦੇ ਵਿੱਚ ਡੁੱਬ ਕੇ ਮਰਦੇ ਨੇ। ਤਾਂ ਇਹਦੇ ਵਿੱਚ ਪਾਣੀ ਦੇ ਦੇਵਤੇ ਦੀ ਗੱਲ ਆਉਂਦੀ ਹੈ। ਉਸ ਤੋਂ ਬਾਅਦ ਇੱਕ ਬੇਲ ਜਿਹੜੀ ਡੋਲਫਿਨ ਹੁੰਦੀ ਹੈ, ਇੱਕ ਡੋਲਫਿਨ ਉਹਨਾਂ ਦੋਨਾਂ ਨੂੰ ਜਿਹੜੇ ਮੈਲੀਕ੍ਰੇਟਸ ਅਤੇ ਇਹਦੀ ਵਾਈਫ ਹੁੰਦੀ ਹੈ ਇਹਨਾਂ ਦੋਨਾਂ ਨੂੰ ਜਿਹੜੀ ਇਸਤਮੀਆ ਹੁੰਦੀ ਹੈ ਨਾ, ਇਸ ਇਸਤਮੀਆ ਆਫ ਕੋਰੀਨਾਥ ਇਸ ਜਗ੍ਹਾ ਦੇ ਉੱਪਰ ਲਿਆ ਕੇ ਜਿਹੜੀ ਡੋਲਫਿਨ ਇਹਨਾਂ ਨੂੰ ਰੱਖ ਦਿੰਦੀ ਹੈ। ਤਾਂ ਉੱਥੋਂ ਜਿਹੜਾ ਇਹਨਾਂ ਨੂੰ ਕੱਢਣ ਦਾ ਕੰਮ ਕਰਦਾ ਉਹ ਸਿਸੀਫਸ ਕਰਦਾ। ਤਾਂ ਸਿਸੀਫਸ ਹੈ ਜਿਹੜਾ ਉਹ ਇਹ ਗੇਮਸ ਨੂੰ ਸਟਾਰਟ ਕਰਨ ਦਾ ਕੰਮ ਕਰਦਾ, ਇਸਥਮੀਅਨ ਗੇਮਸ। ਤਾਂ ਉਹ ਕਿਹਦੀ ਯਾਦ 'ਚ ਕਰਾਈਆਂ ਸੀ ਇਹਨਾਂ ਨੇ? ਮੈਲੀਕ੍ਰੇਟਸ ਦੀ ਯਾਦ ਦੇ ਵਿੱਚ ਕਰਾਈਆਂ ਸੀ। ਪਰ ਇਹ ਟ੍ਰਿਬਿਊਟ ਕਿਹਨੂੰ ਦਿੱਤਾ ਗਿਆ? ਪੋਸੀਡਨ ਨੂੰ ਦਿੱਤਾ ਗਿਆ, ਕਿਉਂਕਿ ਉਹ ਪਾਣੀ ਦਾ ਦੇਵਤਾ ਸੀ। ਤਾਂ ਬੇਸਿਕਲੀ ਜਿੱਥੇ ਆ ਕੇ ਡੋਲਫਿਨ ਨੇ ਉਹਨਾਂ ਦੀਆਂ ਲਾਸ਼ਾਂ ਰੱਖੀਆਂ ਸੀਗੀਆਂ, ਜਿਹੜੀਆਂ ਡੈੱਡ ਬੋਡੀਜ਼ ਸੀਗੀਆਂ ਉਹ ਪਾਈਨ ਦੇ ਟਰੀ ਦੇ ਥੱਲੇ ਰੱਖੀਆਂ ਸੀ। ਤਾਂ ਇੱਥੋਂ ਹੀ ਜਿਹੜਾ ਪ੍ਰਾਈਜ਼ ਮਨੀ ਇਹਨਾਂ ਦਾ ਉਹ ਪਾਈਨ ਦਿੱਤਾ ਗਿਆ। ਤਾਂ ਇਹ ਵੀ 2 ਸਾਲ ਪਹਿਲਾਂ ਅਤੇ 2 ਸਾਲ ਬਾਅਦ ਦੇ ਵਿੱਚ ਕਰਵਾਈਆਂ ਜਾਂਦੀਆਂ ਸੀ ਓਲੰਪਿਕ ਗੇਮਸ ਤੋਂ। ਅਗਲਾ ਦੇਖ ਲਈਏ ਜੀ, ਜਿਹੜੀਆਂ ਇਹ ਖੇਡਾਂ ਨੇ ਇਹ ਹਰੇਕ 4 ਸਾਲ ਬਾਅਦ ਕਰਵਾਈਆਂ ਜਾਂਦੀਆਂ ਸੀ। ਤਾਂ ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਹੈ, ਜਿਹੜੇ ਉਹ 4 ਸਾਲ ਦਾ ਟਾਈਮ ਪੀਰੀਅਡ ਹੁੰਦਾ ਦੋ ਓਲੰਪਿਕਸ ਦੇ ਵਿਚਕਾਰ ਦਾ, ਉਹਨੂੰ ਬੋਲਿਆ ਜਾਂਦਾ ਜੀ ਓਲੰਪੀਆਡ। ਦੂਸਰੀ ਇੰਪੋਰਟੈਂਟ ਚੀਜ਼ ਜਿਹੜੀ ਕੁਐਸਚਨ ਪੁੱਛ ਲਿਆ ਜਾਂਦਾ ਕਈ ਵਾਰੀ ਕਿ ਓਲੰਪਿਕ ਟਰੂਸ ਜਾਂ ਐਕੀਚੈਰੀਆ ਕੀ ਹੈ। ਤਾਂ ਇਹਨਾਂ ਖੇਡਾਂ ਦੀ ਇੱਕ ਬੜੀ ਕਮਾਲ ਦੀ ਚੀਜ਼ ਸੀਗਾ ਕਿ ਜਦੋਂ ਇਹ ਖੇਡਾਂ ਸ਼ੁਰੂ ਹੁੰਦੀਆਂ ਸੀ ਤਾਂ ਓਲੰਪਿਕ ਟਰੂਸ ਡਿਕਲੇਅਰ ਕਰ ਦਿੱਤਾ ਜਾਂਦਾ ਸੀ। ਯਾਨੀ ਕਿ ਜਦੋਂ ਖੇਡਾਂ ਸ਼ੁਰੂ ਹੋ ਗਈਆਂ ਅਤੇ ਜਦੋਂ ਤੱਕ ਖਤਮ ਨਹੀਂ ਹੁੰਦੀਆਂ ਤਾਂ ਕੋਈ ਵੀ ਬੰਦਾ ਹਥਿਆਰ ਨਹੀਂ ਚੁੱਕੂਗਾ, ਕੋਈ ਵੀ ਜਿੱਥੇ ਖੇਡਾਂ ਹੋ ਰਹੀਆਂ ਨੇ ਅਟੈਕ ਨਹੀਂ ਹੋਊਗਾ। ਤਾਂ ਜਿਹੜੇ ਬੰਦੇ ਵੀ ਭਾਗ ਲੈਣ ਆਉਣਗੇ ਉਹਨਾਂ ਨੂੰ ਸੇਫਲੀ ਉੱਥੇ ਆਉਣ ਦਿੱਤਾ ਜਾਊਗਾ ਅਤੇ ਸੇਫਲੀ ਘਰਾਂ ਤੱਕ ਵਾਪਸ ਲੈ ਕੇ ਜਾਇਆ ਜਾਊਗਾ, ਹੈ ਨਾ। ਤਾਂ ਇੱਕ ਟ੍ਰੀਟ ਹੀ ਸੀ, ਇੱਕ ਤਰ੍ਹਾਂ ਦੀ ਸੰਧੀ ਸੀ ਕਿ ਜਿੰਨਾ ਚਿਰ ਖੇਡਾਂ ਚੱਲਣਗੀਆਂ, ਕਿਉਂਕਿ ਅਸੀਂ ਪਹਿਲਾਂ ਹੀ ਗੱਲ ਕੀਤੀ ਹੈ ਇਹ ਸਪੋਰਟਸ ਕੰਪੀਟੀਸ਼ਨ ਨਾਲੋਂ ਜ਼ਿਆਦਾ ਕੀ ਸੀਗਾ, ਇੱਕ ਰਿਲੀਜੀਅਸ ਫੈਸਟੀਵਲ ਸੀਗਾ। ਇੱਕ ਦੇਵਤੇ ਨੂੰ ਖੁਸ਼ ਕਰਨ ਦੇ ਲਈ ਜਾਂ ਦੇਵਤੇ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਹ ਖੇਡਾਂ ਸੀ ਜਿਹੜੀਆਂ ਕਰਵਾਈਆਂ ਜਾਂਦੀਆਂ ਸੀ। ਤਾਂ ਇੱਕ ਰਿਲੀਜੀਅਸ ਫੈਸਟੀਵਲ ਸੀਗਾ ਅਤੇ ਉਹ ਚਾਹੁੰਦੇ ਸੀਗੇ ਕਿ ਅਸੀਂ ਇਹਨਾਂ ਨੂੰ ਪੂਰੀ ਸ਼ਾਂਤੀ ਦੇ ਨਾਲ ਅਤੇ ਪੂਰੀ ਸ਼ਰਧਾ ਦੇ ਨਾਲ ਇਸ ਫੈਸਟੀਵਲ ਨੂੰ ਸੈਲੀਬ੍ਰੇਟ ਕਰੀਏ। ਤਾਂ ਕਰਕੇ ਓਲੰਪਿਕ ਟਰੂਸ ਹੈ ਜਿਹੜਾ, ਜਿਹਨੂੰ ਐਕੀਚੈਰੀਆ ਵੀ ਬੋਲ ਦਿੱਤਾ ਜਾਂਦਾ, ਉਹ ਡਿਕਲੇਅਰ ਕੀਤਾ ਜਾਂਦਾ ਸੀ। ਤਾਂ ਅੱਗੇ ਹੈ ਜੀ ਟਰੂਸ ਹੈ ਜਿਹੜਾ ਇਹਦਾ ਲੋਗੋ ਹੈ, ਜਿਹੜਾ ਹੁਣ ਲੋਗੋ ਵੀ ਸਾਡੇ ਕੋਲ ਪਹੁੰਚ ਚੁੱਕਿਆ। ਇਹਦੇ ਵਿੱਚ ਇੱਕ ਡਵ ਹੈ, ਇੱਕ ਫਲੇਮਸ ਨੇ ਅਤੇ ਇੱਕ ਓਲੰਪਿਕ ਰਿੰਗਸ ਨੇ। ਨੈਕਸਟ ਦੇਖ ਲੈਂਦੇ ਹਾਂ। ਇਹ ਓਲੰਪਿਕ ਟਰੂਸ ਦਾ ਲੋਗੋ ਹੈ ਜੀ ਜਿਹੜਾ ਤੁਹਾਨੂੰ ਸਾਹਮਣੇ ਦਿਖ ਰਿਹਾ ਹੈ। ਉਸ ਤੋਂ ਬਾਅਦ ਜੀ ਗ੍ਰੀਕ ਟਰੈਵਲਰ ਸੀਗਾ ਇੱਕ ਪੋਸੈਨੀਅਸ। ਤਾਂ ਉਹਨਾਂ ਨੇ 175 AD ਦੇ ਵਿੱਚ, AD ਨੂੰ ਅੱਜ ਕੱਲ੍ਹ ਅਸੀਂ CE ਕਹਿੰਦੇ ਹਾਂ, ਕਾਮਨ ਏਰਾ, ਉਹਨਾਂ ਨੇ ਦੱਸਿਆ ਸੀਗਾ ਕਿ ਪੁਰਾਣੀਆਂ ਜਿਹੜੀਆਂ ਏਸ਼ੀਅੰਟ ਗੇਮ ਸਾਡੀਆਂ ਹੈਗੀਆਂ ਸੀ ਉਹਨਾਂ ਦੇ ਵਿੱਚ ਇੱਕੋ ਇੱਕ ਜਿਹੜਾ ਇਵੈਂਟ ਹੈ ਉਹ ਪਹਿਲਾਂ ਸਟਾਰਟਿੰਗ ਦੇ ਵਿੱਚ ਕਰਵਾਇਆ ਜਾਂਦਾ ਸੀ, ਜਿਹਨੂੰ ਬੋਲਿਆ ਜਾਂਦਾ ਸੀ ਸਟੇਡੀਅਮ। ਤਾਂ ਇਹ 190 ਮੀਟਰ ਦੀ ਇੱਕ ਰੇਸ ਹੁੰਦੀ ਸੀ ਜਾਂ 620 ਫੁੱਟ ਦੀ ਰੇਸ ਕਹਿ ਸਕਦੇ ਹਾਂ। ਅਤੇ ਇਸੇ ਸਟੇਡੀਅਮ ਰੇਸ ਦੇ ਉੱਤੋਂ ਜਿਹੜਾ ਅਸੀਂ ਨੇ ਇੱਕ ਵਰਡ ਡਰਾਈਵ ਕੀਤਾ ਸਟੇਡੀਅਮ। ਤਾਂ ਸਟੇਡੀਅਮ ਵਰਡ ਅਸੀਂ ਨੇ ਡਰਾਈਵ ਕੀਤਾ ਸਟੇਡੀਅਮ ਰੇਸ ਤੋਂ। ਤਾਂ ਅੱਗੇ ਗੱਲ ਕਰੀਏ ਜੀ, ਜੇਕਰ ਤੁਸੀਂ ਥੋੜ੍ਹਾ ਬਹੁਤ ਪੜ੍ਹਿਆ ਹੋਏਗਾ ਨਾ, ਤੁਹਾਨੂੰ ਪਤਾ ਹੋਏਗਾ ਬੇਸਿਕਲੀ ਦੋ ਜਿਹੜੀਆਂ ਸਿਟੀ ਸਟੇਟ ਬੜੀਆਂ ਜ਼ਿਆਦਾ ਮਸ਼ਹੂਰ ਨੇਗੀਆਂ ਉੱਥੋਂ ਦੀਆਂ, ਇੱਕ ਏਥਨਸ ਹੈਗੀ ਆ ਅਤੇ ਇੱਕ ਸਪਾਰਟਾ ਹੈਗੀ ਆ। ਤੁਸੀਂ ਹੋ ਸਕਦਾ ਸਪਾਰਟਾ ਮੂਵੀ ਵੀ ਦੇਖੀ ਹੋਵੇ, ਜਿਹੜੀ 300 ਮੂਵੀ ਆਈ ਸੀ। ਤਾਂ ਉਹ ਜਿਹੜਾ ਪਰਸ਼ੀਆ ਦੇ ਨਾਲ ਵਾਰ ਹੋਈ ਸੀਗੀ ਤਾਂ ਉਹਦੇ ਉੱਪਰ ਆਧਾਰਿਤ ਹੈ। ਏਥਨਸ ਅਤੇ ਸਪਾਰਟਾ ਦੀ ਵੀ ਲੜਾਈ ਹੋਈ ਸੀ, ਉਹਨੂੰ ਪੋਲੀਪਨੀਸ਼ੀਅਨ ਵਾਰ ਆਖਿਆ ਜਾਂਦਾ, ਜਿਹੜੀ ਕਿ ਅਪਰੋਕਸੀਮੇਟਲੀ 5ਵੀਂ ਸੈਂਚਰੀ BC ਦੇ ਵਿੱਚ ਹੋਈ ਸੀ।
ਤਾਂ ਏਥਰਸ ਦੇ ਲੋਕਾਂ ਅਤੇ ਸਪਾਰਟਾਂ ਦੇ ਲੋਕਾਂ ਦੇ ਵਿੱਚ ਕੀ ਫ਼ਰਕ ਸੀਗਾ ਜੀ, ਇਹ ਵੀ ਦੇਖ ਲਈਏ। ਤਾਂ ਜਿਹੜੇ ਏਥਰਸ ਦੇ ਲੋਕ ਸੀਗੇ ਤਾਂ ਉਹ ਲੋਕ ਸੀ ਜਿਹੜੇ ਏਥਰਸ ਦੇ ਵਿੱਚ ਉੱਥੇ ਡੈਮੋਕ੍ਰੇਸੀ ਸੀ ਜਿਹੜੀ ਉਹ ਸਟਾਰਟ ਹੋਈ ਹੈ ਨਾ ਏਥਰਸ ਦੇ ਵਿੱਚ। ਅਤੇ ਦੂਜੇ ਪਾਸੇ ਜਿਹੜੇ ਸਪਾਰਟ ਵਾਲੇ ਬੰਦੇ ਸੀਗੇ ਇਹ ਸਾਰੇ ਹੈਗੇ ਸੀਗੇ ਮਿਲਟਰੀ ਵਾਲੇ ਬੰਦੇ ਹੈ ਨਾ। ਇਹ ਲੜਨ ਵਾਲੇ ਯੋਧੇ ਬਹਾਦਰ ਬੰਦੇ ਸੀ ਆਪਣੇ ਪੰਜਾਬੀਆਂ ਵਾਂਗੂ, ਅਤੇ ਇਹਨਾਂ ਦਾ ਪੜ੍ਹਾਈ ਲਿਖਾਈ ਨਾਲ ਕੋਈ ਬਾਹਲਾ ਜ਼ਿਆਦਾ ਤਾਲੁਕਾਤ ਨਹੀਂ ਸੀਗਾ। ਤਾਂ ਜਿਹੜਾ ਏਥਨਸ ਹੈ ਇਹਨੂੰ ਕੀ ਬੋਲਿਆ ਜਾਂਦਾ ਹੈ ਜੀ, ਸੈਂਟਰ ਆਫ ਆਰਟਸ ਲਰਨਿੰਗ ਅਤੇ ਫਿਲੋਸਫੀ ਦਾ। ਅਤੇ ਦੂਜੇ ਪਾਸੇ ਜਿਹੜੀ ਸਪਾਰਟਨ ਸਟੇਟ ਹੈ ਉਹ ਟੋਟਲੀ ਕੀ ਹੈ, ਇੱਕ ਵਾਰੀਅਰ ਸੁਸਾਇਟੀ ਹੈ, ਇੱਕ ਲੜਨ ਵਾਲੇ ਯੋਧੇ ਨੇ। ਉਹ ਕਹਿੰਦੇ ਵੀ ਹਥਿਆਰਾਂ ਬਿਨਾਂ ਆਪਣਾ ਕੰਮ ਚੱਲਣਾ ਹੀ ਨਹੀਂ। ਦੂਜੇ ਪਾਸੇ ਇੱਧਰ ਡੈਮੋਕ੍ਰੇਸੀ ਹੈਗੀ ਹੈ ਜੀ, ਇੱਧਰ ਓਲੀਗੈਰਕਿਕ ਜਿਹੜੀ ਗਵਰਨਮੈਂਟ ਹੈਗੀ ਹੈ। ਦੂਸਰੇ ਪਾਸੇ ਜਿਹੜੀ ਇਹਨਾਂ ਦੀ ਇਕੋਨਮੀ ਹੈਗੀ ਆ ਉਹ ਟੋਟਲੀ ਵਪਾਰ ਦੇ ਉੱਪਰ ਹੈ ਜਿਹੜੀ ਉਹ ਨਿਰਭਰ ਕਰਦੇ ਆ। ਅਤੇ ਦੂਸਰੇ ਪਾਸੇ ਜਿਹੜੀ ਇਹਨਾਂ ਦੀ ਇਕੋਨਮੀ ਆ ਉਹ ਐਗਰੀਕਲਚਰ 'ਤੇ ਜਾਂ ਫਿਰ ਜਦੋਂ ਕਿਤੇ ਇਹ ਕਬਜ਼ਾ ਕਰਦੇ ਨੇ ਉੱਥੋਂ ਲੁੱਟ ਮਾਰ ਕਰਕੇ ਆਉਂਦੇ ਨੇ। ਤਾਂ ਇਹਨਾਂ ਦੀ ਜਿਹੜੀ ਸਮੁੰਦਰੀ ਸੈਨਾ ਬਹੁਤ ਤਕੜੀ ਸੀ, ਅਤੇ ਇਹਨਾਂ ਦੀ ਜਿਹੜੀ ਥਲ ਸੈਨਾ ਹੈ ਜਿਹੜੀ ਲੈਂਡ ਆਰਮੀ ਉਹ ਜ਼ਿਆਦਾ ਤਕੜੀ ਸੀ ਜੀ। ਇੱਧਰ ਔਰਤਾਂ ਨੂੰ ਘੱਟ ਆਜ਼ਾਦੀ ਸੀ ਅਤੇ ਇੱਧਰ ਔਰਤਾਂ ਨੂੰ ਵੱਧ ਆਜ਼ਾਦੀ ਸੀ। ਇੱਧਰ ਮੁੰਡਿਆਂ ਨੂੰ ਜਿਹੜਾ ਕੁੜੀਆਂ ਨਾਲੋਂ ਵੱਧ ਐਜੂਕੇਸ਼ਨ ਦਿੱਤੀ ਜਾਂਦੀ ਹੈ, ਅਤੇ ਟ੍ਰੇਨਿੰਗ ਜਿਹੜੀ ਕਿਸੇ ਵੀ ਤਰ੍ਹਾਂ ਦੀ ਹੈ ਮੁੰਡਿਆਂ ਅਤੇ ਕੁੜੀਆਂ ਦੇ ਵਿੱਚ ਡਿਫਰੈਂਸ ਰੱਖਿਆ ਜਾਂਦਾ। ਪਰ ਇੱਧਰ ਹੈ ਜਿਹੜਾ ਮੁੰਡਿਆਂ ਅਤੇ ਕੁੜੀਆਂ ਦੇ ਵਿੱਚ ਡਿਫਰੈਂਸ ਘੱਟ ਰੱਖਿਆ ਜਾਂਦਾ। ਸੋ ਦੋਨਾਂ ਨੂੰ ਟ੍ਰੇਨਿੰਗ ਹੈ ਜਿਹੜੀ ਬਰਾਬਰ ਦਿੱਤੀ ਜਾਂਦੀ ਆ। ਅਤੇ ਸਪਾਰਟਾ ਦੇ ਵਿੱਚ ਇਹ ਵੀ ਰੂਲ ਸੀਗਾ ਕਿ ਜੇ ਉਹ ਚਾਹੁੰਦੇ ਸੀਗੇ ਕਿ ਜਿਹੜਾ ਬੱਚਾ ਪੈਦਾ ਹੋਵੇ ਤਾਂ ਸਾਡਾ ਤਾਕਤਵਰ ਹੀ ਪੈਦਾ ਹੋਵੇ। ਜੇਕਰ ਕੋਈ ਬੱਚਾ ਮਾੜਾ ਪੈਦਾ ਹੁੰਦਾ ਸੀਗਾ ਤਾਂ ਉਹਨੂੰ ਇੱਕ ਮਾਊਂਟ, ਸ਼ਾਇਦ ਟਾਈਗਸ ਮਾਊਂਟ ਸੀਗੀ, ਉਹਦੇ ਉੱਪਰੋਂ ਸੁੱਟ ਕੇ ਮਾਰ ਦਿੱਤਾ ਜਾਂਦਾ ਸੀ ਜੇਕਰ ਉਹਨਾਂ ਨੂੰ ਲੱਗਦਾ ਸੀਗਾ ਕਿ ਕੋਈ ਬੱਚਾ ਜਿਹੜਾ ਉਹ ਸਹੀ ਨਹੀਂ ਹੈਗਾ। ਉਹਨਾਂ ਨੂੰ ਜਲਦੀ 6-7 ਸਾਲ ਦੀ ਉਮਰ ਦੇ ਵਿੱਚ ਬੱਚਿਆਂ ਨੂੰ ਜਿਹੜਾ ਹੋਸਟਲ ਦੇ ਵਿੱਚ ਭੇਜ ਦਿੱਤਾ ਜਾਂਦਾ ਸੀਗਾ। ਫਿਰ ਉੱਥੇ ਉਹਨਾਂ ਨੂੰ ਜਿਹੜੀ ਵੀ ਟ੍ਰੇਨਿੰਗ ਆ ਸਾਰੀ ਉਹ ਟ੍ਰੇਨਿੰਗ ਕਰਵਾਈ ਜਾਂਦੀ ਸੀਗੀ। ਤਾਂ ਇਹਨਾਂ ਦੀ ਲਾਈਫ ਹੈ ਜਿਹੜੀ ਬਹੁਤ ਜ਼ਿਆਦਾ, ਇਹ ਲਾ ਲਓ ਕਿ ਜੁਝਾਰੂ ਵਾਦੀ ਲੋਕ ਹੈਗੇ ਸੀ ਅਤੇ ਇਹ ਕਲਾਤਮਕ ਲੋਕ ਹੈਗੇ ਸੀਗੇ ਏਥਨਸ ਵਾਲੇ। ਤਾਂ ਅੱਗੇ ਗੱਲ ਕਰ ਲਈਏ ਜੀ, ਜਿਹੜੀਆਂ ਇਹ ਖੇਡਾਂ ਨੇ ਲਗਾਤਾਰ ਚੱਲਦੀਆਂ ਰਹੀਆਂ। ਤਾਂ ਉਸ ਤੋਂ ਬਾਅਦ ਥੀਓਡੋਸੀਅਸ ਜਿਹੜਾ ਇੱਕ ਹੈਗਾ, ਇਹਨੇ 393 ਜਾਂ 94 AD ਦੇ ਆਸ-ਪਾਸ ਹੀ ਖੇਡਾਂ ਬੰਦ ਕਰਾਈਆਂ। ਤਾਂ ਜੇਕਰ ਤੁਸੀਂ ਕਿਤਾਬਾਂ ਚੈੱਕ ਕਰੋਗੇ ਤੁਹਾਨੂੰ ਜਿਹੜੀ ਡੇਟ ਮਿਲੂਗੀ ਜੀ 394 AD ਮਿਲੂਗੀ, ਅਤੇ ਜੇਕਰ ਤੁਸੀਂ ਚੈੱਕ ਕਰੋਗੇ ਵਿਕੀਪੀਡੀਆ ਤਾਂ ਤੁਹਾਨੂੰ ਇਹ ਡੇਟ 393 ਮਿਲੂਗੀ ਹੈ ਨਾ, ਕਿ ਬੰਦ ਕੀਤੀਆਂ ਗਈਆਂ। ਅਪਰੋਕਸੀਮੇਟਲੀ ਸਾਡੀਆਂ ਜਿਹੜੀਆਂ ਕਿਤਾਬਾਂ ਨੇ ਜਿੰਨੀਆਂ ਵੀ ਉਹਨਾਂ ਦੇ ਵਿੱਚ 394 AD ਹੀ ਚੱਲ ਰਿਹਾ। ਤਾਂ ਅਸੀਂ ਇਹ ਗੱਲ ਕਰ ਹੀ ਚੁੱਕੇ ਹਾਂ ਕਿ ਇਹ ਇੱਕ ਰਿਲੀਜੀਅਸ ਫੈਸਟੀਵਲ ਸੀਗਾ, ਨਾ ਕਿ ਇੱਕ ਐਥਲੈਟਿਕ ਇਵੈਂਟ ਸੀਗਾ ਨਾ। ਉਸ ਤੋਂ ਬਾਅਦ ਜੀ ਜਿਹੜੇ ਜਿਊਸ ਉਹਨਾਂ ਦੇ ਗੋਡ ਹੈਗੇ ਨੇ, ਉਹਨਾਂ ਦਾ ਇੱਕ ਬੁੱਤ ਸੀਗਾ ਜਿਹੜਾ 42 ਫੁੱਟ ਉੱਚਾ ਬਣਾਇਆ ਗਿਆ ਸੀਗਾ। ਇਹ ਬਣਾਇਆ ਗਿਆ ਸੀਗਾ ਜੀ ਸੋਨੇ ਅਤੇ ਆਈਵਰੀ ਧਾਤ ਤੋਂ। ਇਹ ਬਣਾਇਆ ਸੀਗਾ ਜੀ ਫਿਡੀਆਸ ਨੇ। ਤਾਂ ਇਸ ਨੂੰ ਜਿਹੜਾ ਮਾਡਰਨ ਟਾਈਮ ਸਾਡਾ ਹੈਗਾ, ਅੱਜ ਦੇ ਸਮੇਂ ਤੋਂ ਪਹਿਲਾਂ ਜਿਹੜੇ 7 ਵੰਡਰਸ ਡਿਕਲੇਅਰ ਕੀਤੇ ਗਏ ਸੀਗੇ ਪੁਰਾਣੇ ਸਮੇਂ ਦੇ, ਤਾਂ ਉਹਨਾਂ ਦੇ ਵਿੱਚ ਇਹਦਾ ਵੀ ਨਾਮ ਹੈਗਾ ਸੀਗਾ ਜਿਹੜਾ ਗੋਡ ਜਿਊਸ ਦਾ ਟੈਂਪਲ ਦੇ ਵਿੱਚ ਜਿਹੜੀ ਉਹਨਾਂ ਦੀ ਮੂਰਤੀ ਲਗਾਈ ਗਈ ਹੈ ਨਾ, 42 ਫੁੱਟ ਉੱਚੀ ਹੈ ਜਿਹੜੀ। ਉਸ ਤੋਂ ਬਾਅਦ ਫਸਟ ਮਾਡਰਨ ਓਲੰਪਿਕਸ ਨੇ ਜਿਹੜੀਆਂ ਜੀ ਉਹ ਸਟਾਰਟ ਹੋਈਆਂ ਨੇ 1896 ਦੇ ਵਿੱਚ, ਅਤੇ 1503 ਸਾਲ ਲੱਗ ਗਏ ਸੀ ਇਹਨਾਂ ਨੂੰ ਦੁਬਾਰਾ ਰਿਵਾਈਵ ਹੋਣ ਨੂੰ। ਤਾਂ ਇੱਥੇ ਦੇਖੋ ਜੇਕਰ ਅਸੀਂ 1503 ਸਾਲ ਲਿਖਿਆ ਹੋਇਆ ਹਰ ਕਿਤੇ ਇਹ ਮੰਨਦੇ ਹਾਂ ਤਾਂ ਇਟ ਮੀਨਸ ਇੱਥੇ 393 ਆਏਗਾ। ਬਟ ਕਿਤਾਬਾਂ ਦੇ ਵਿੱਚ ਜਿਹੜਾ ਰਾਈਟ ਆਨਸਰ ਪੇਪਰਾਂ ਦੇ ਵਿੱਚ ਵੀ ਦਿੱਤਾ ਆ ਰਿਹਾ ਸਾਡਾ ਉਹ 394 AD ਹੀ ਦਿੱਤਾ ਆ ਰਿਹਾ। ਅੱਗੇ ਗੱਲ ਕਰ ਲਈਏ ਜੀ, ਜਿਹੜੀਆਂ ਪੁਰਾਣੀਆਂ ਓਲੰਪਿਕ ਗੇਮਸ ਹੁੰਦੀਆਂ ਸੀ ਉਹਨਾਂ ਦੇ ਵਿੱਚ ਈਵੈਂਟਸ ਕਿਹੜੇ ਕਰਵਾਏ ਜਾਂਦੇ ਸੀ। ਤਾਂ ਮੋਸਟਲੀ ਇਹਦੇ 'ਚੋਂ ਜ਼ਿਆਦਾ ਇਵੈਂਟਸ ਬਾਰੇ ਨਹੀਂ ਪੁੱਛਿਆ ਜਾਂਦਾ ਸੀ, ਬਸ ਜਸਟ ਜਦੋਂ ਵੀ ਪੁੱਛਿਆ ਜਾਂਦਾ ਇਕੱਲਾ ਪਹਿਲਾਂ ਹੀ ਪੁੱਛਿਆ ਜਾਂਦਾ ਕਿ ਪਹਿਲਾ ਇਵੈਂਟ ਕਿਹੜਾ ਸੀ। ਤਾਂ ਸਟੇਡੀਅਮ ਇਹ ਫੁੱਟ ਰੇਸ ਹੁੰਦੀ ਸੀ, ਨੰਗੇ ਪੈਰੀ ਲੋਕ ਭੱਜਦੇ ਸੀਗੇ। ਤਾਂ 12 ਓਲੰਪਿਕਸ ਦੇ ਵਿੱਚ ਇਕੱਲਾ ਇਹੀ ਇਵੈਂਟ ਕਰਾਇਆ ਜਾਂਦਾ ਰਿਹਾ। ਅਤੇ ਇਹਦੀ ਜਿਹੜੀ ਲੰਬਾਈ ਹੈਗੀ ਉਹ ਹੈਗੀ 192 ਮੀਟਰ ਜੀ, ਜੇ ਫੁੱਟਾਂ ਦੇ ਵਿੱਚ ਦੇਖਣੀ ਹੋਵੇ ਲਗਭਗ 600 ਪੁਰਾਣੇ ਫੁੱਟ ਨੇ। ਉਸ ਤੋਂ ਬਾਅਦ ਨਵਾਂ ਇੱਕ ਜਿਹੜਾ ਇੰਟਰੋਡਿਊਸ ਹੁੰਦਾ ਹੋ ਗਿਆ ਜੀ ਡਾਇਲਸ ਹੈ ਨਾ। ਇਹ ਕੀ ਹੈ, ਇਹਦੇ 'ਚ ਜਿਹੜੀ ਲੈਂਥ ਆ ਉਹ ਇਨਕਰੀਜ਼ ਕਰ ਦਿੱਤੀ ਜਾਂਦੀ ਹੈ, ਅਤੇ ਇਹ ਇਵੈਂਟ ਐਡ ਹੁੰਦਾ 724 BCE ਦੇ ਵਿੱਚ। ਅੱਗੇ ਡੋਲੀਚੋਸ ਆਉਂਦਾ, ਇਹਦੇ ਵਿੱਚ ਜਿਹੜੀ ਹੋਰ ਲੈਂਥ ਇਨਕਰੀਜ਼ ਕਰ ਦਿੱਤੀ ਜਾਂਦੀ ਹੈ। ਫਿਰ ਰੈਸਲਿੰਗ ਆਉਂਦੀ ਹੈ ਜੀ, ਰੈਸਲਿੰਗ ਤੋਂ ਬਾਅਦ ਪਟੈਂਥਲਨ 5 ਇਵੈਂਟ ਵਾਲਾ ਇਵੈਂਟ ਆਉਂਦਾ 708 BCE ਦੇ ਵਿੱਚ। ਬਾਕਸਿੰਗ ਐਡ ਕੀਤੀ ਜਾਂਦੀ ਹੈ ਜੀ। ਉਸ ਤੋਂ ਬਾਅਦ ਟੈਥਰਿਪਨ ਹੈ ਜਿਹੜਾ ਉਹ ਐਡ ਕੀਤਾ ਜਾਂਦਾ, ਘੋੜਿਆਂ ਦੀ ਰੇਸ ਐਡ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਕੈਲਿਸ ਹੈ ਜਿਹੜੀ ਹਾਰਸ ਰੇਡ ਇਹ ਐਡ ਕੀਤੀ ਜਾਂਦੀ ਹੈ। ਫਿਰ ਪੈਨਕ੍ਰੀਆਟਿਕ ਇਵੈਂਟ ਸੀਗਾ ਜਿਹੜਾ ਬੜਾ ਇੰਪੋਰਟੈਂਟ ਤਾਂ ਹੈ ਕਿਉਂਕਿ ਅਸੀਂ ਇੱਕ ਵਿਦਵਾਨ ਬਾਰੇ ਬੜਾ ਪੜ੍ਹਦੇ ਹਾਂ, ਪਲੇਟੋ, ਜਿਹੜੇ ਕਿ ਸੁਕਰਾਤ ਦੇ ਚੇਲੇ ਸੀਗੇ। ਤਾਂ ਪਲੇਟੋ ਦਾ ਗੋਲਡ ਮੈਡਲ ਸੀਗਾ ਪੈਨਕ੍ਰੇਸ਼ਨ ਦੇ ਵਿੱਚ। ਬੇਸਿਕਲੀ ਜਿਹੜੀ ਇਹ ਗੇਮ ਸੀਗੀ ਬਾਕਸਿੰਗ ਅਤੇ ਰੈਸਲਿੰਗ ਦਾ ਮਿਕਸਚਰ ਸੀਗੀ ਦੋਨਾਂ ਗੇਮਸ ਦਾ।
ਇਸ ਤੋਂ ਇਲਾਵਾ ਜਿਹੜੀ ਘੋੜੇ ਵਾਲੀਆਂ ਰੇਸਾਂ ਦੀ ਇਹਨਾਂ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਇਹ ਵੀ ਗੱਲ ਹੈ ਕਿ ਜਿਹੜੇ ਭਜਾਉਣ ਵਾਲੇ ਹੁੰਦੇ ਸੀ ਘੋੜੇ ਉਹ ਕੋਈ ਹੋਰ ਹੁੰਦਾ ਸੀਗਾ, ਪਰ ਜਿੱਤ ਜਿਹੜਾ ਅਨਾਊਂਸ ਕੀਤਾ ਜਾਂਦਾ ਸੀ ਵਿਨਰ, ਉਹ ਜਿਹਦੇ ਘੋੜੇ ਹੁੰਦੇ ਸੀ ਉਹ ਕੀਤਾ ਜਾਂਦਾ ਸੀ, ਕਿਉਂਕਿ ਬੇਸਿਕਲੀ ਜਿਹੜੇ ਘੋੜੇ ਸੀ ਉਹ ਰਾਜਿਆਂ ਜਾਂ ਸ਼ਾਹੀ ਘਰਾਣਿਆਂ ਦੇ ਹੁੰਦੇ ਸੀਗੇ, ਪਰ ਉਹਨਾਂ ਨੂੰ ਭਜਾਉਣ ਵਾਲੇ ਉਹਨਾਂ ਦੇ ਜਿਹੜੇ ਉਹਨਾਂ ਨੇ ਬੰਦੇ ਰੱਖੇ ਹੁੰਦੇ ਸੀ ਉਹ ਹੁੰਦੇ ਸੀ, ਹੈ ਨਾ। ਤਾਂ ਵਿਨਰ ਸੀ ਜਿਹੜੇ ਉਹ ਡਿਕਲੇਅਰ ਉਹ ਜਿਨ੍ਹਾਂ ਦੇ ਘੋੜੇ ਸੀ, ਜਿਹੜੇ ਘੋੜਿਆਂ ਦੇ ਮਾਲਕ ਸੀ ਉਹ ਕੀਤੇ ਜਾਂਦੇ ਸੀ, ਨਾ ਕਿ ਜਿਹੜੇ ਘੋੜੇ ਭਜਾਉਂਦੇ ਸੀਗੇ। ਅੱਗੇ ਜੀ ਇਹ ਇਵੈਂਟ ਆ ਗਏ, ਹੈ ਨਾ। ਬੇਸਿਕਲੀ ਇੱਕ ਇਹ ਯਾਦ ਰੱਖਣ ਵਾਲਾ, ਕਿਉਂਕਿ ਇਹ ਮੰਨਿਆ ਜਾਂਦਾ ਕਿ ਜਦੋਂ ਵੀ ਓਲੰਪਿਕ ਗੇਮਸ ਕਲੋਜ਼ ਹੋਣੀਆਂ ਹੁੰਦੀਆਂ ਸੀ ਤਾਂ ਇਹ ਇਵੈਂਟ ਕਰਾਇਆ ਜਾਂਦਾ ਸੀਗਾ, ਹੌਪਲੀਟੋਡਰੋਮਸ, ਹੈ ਨਾ। ਇਹ ਇਵੈਂਟ ਕਰਵਾਇਆ ਜਾਂਦਾ ਸੀ। ਉਸ ਤੋਂ ਬਾਅਦ ਐਪੀਨੇ ਹੋ ਗਿਆ, ਕੈਲਪੀ ਹੋ ਗਿਆ, ਸਾਈਨੋਰਸਿਸ ਹੋ ਗਿਆ। ਉਸ ਤੋਂ ਬਾਅਦ ਟਰੰਪਟਰਸ ਅਤੇ ਯਾਨੀ ਕਿ ਮਿਊਜ਼ੀਕਲ ਬੈਂਡ ਵਾਲੇ ਹੋ ਗਏ ਅਤੇ ਹੈਰਾਲਡਸ ਹੋ ਗਏ, ਇਹਨਾਂ ਲਈ ਇਵੈਂਟਸ ਕਰਵਾਏ ਜਾਂਦੇ ਸੀ। ਤਾਂ ਇਹਨਾਂ ਖੇਡਾਂ ਦੇ ਵਿੱਚ ਬੇਸਿਕਲੀ ਹੋਰ ਬਹੁਤ ਸਾਰੇ ਮਿਊਜ਼ੀਕਲ ਅਤੇ ਡਾਂਸ ਵਰਗੇ ਜਿਹੜੇ ਜਦੋਂ ਰੋਮਨ ਆਏ ਤਾਂ ਰੋਮਨ ਇਹਨਾਂ ਦੇ ਵਿੱਚ ਡਾਂਸ ਇਵੈਂਟ ਹੋ ਗਏ, ਆਰਟਸ ਦੇ ਨਾਲ ਰਿਲੇਟਡ ਇਵੈਂਟਸ ਸੀ ਜਿਹੜੇ ਉਹ ਵੀ ਐਡ ਕਰ ਦਿੱਤੇ ਸੀਗੇ। ਤਾਂ ਇਹਦੇ 'ਚ ਵੀ ਬੜੀ ਧੱਕੇਸ਼ਾਹੀ ਹੁੰਦੀ ਸੀ ਕਿ ਰੋਮ ਵਾਲਿਆਂ ਨੇ ਆ ਕੇ ਇਹੀ ਕਹਿੰਦੇ ਸੀ ਕਿ ਅਸੀਂ ਉਹ ਜਿੱਤੀ, ਹੈ ਨਾ। ਸਪਾਰਟਨ ਦੇ ਉੱਪਰ ਹੈ ਜਿਹੜੀ, ਜਾਂ ਸਪਾਰਟਨ ਲਾ ਲਓ ਜਾਂ ਗਰੀਕ ਲੋਕ ਲਾ ਲਓ, ਉਹਨਾਂ ਦੇ ਉੱਪਰ ਅਸੀਂ ਆਪਣੀ ਪਾਵਰ ਦਿਖਾਈਏ। ਤਾਂ ਜਿੰਨੇ ਵੀ ਇਵੈਂਟ ਹੁੰਦੇ ਸੀ, ਜਿਵੇਂ ਨੀਰੋ ਬਾਰੇ ਤੁਸੀਂ ਸੁਣਿਆ ਹੋਏਗਾ ਨਾ, ਰੋਮ ਦਾ ਰਾਜਾ ਸੀਗਾ, ਜਿਹਦੇ ਬਾਰੇ ਮਸ਼ਹੂਰ ਹੈ ਕਿ ਨੀਰੋ ਬੰਸਰੀ ਵਜਾਉਂਦਾ ਰਿਹਾ ਅਤੇ ਰੋਮ ਸੜਦਾ ਰਿਹਾ, ਮੱਚਦਾ ਰਿਹਾ। ਤਾਂ ਨੀਰੋ ਨੇ ਮਿਊਜ਼ਿਕ ਵਾਲੇ ਹੋਰ ਆਰਟ ਦੇ ਨਾਲ ਰਿਲੇਟਡ ਜਿਹੜੇ ਇਵੈਂਟ ਸੀਗੇ ਉਹ ਇਸ ਦੇ ਵਿੱਚ ਇਨਵੋਲਵ ਕੀਤੇ, ਅਤੇ ਉਹ ਧੱਕੇ ਨਾਲ ਆਪ ਹੀ ਜਿੱਤ ਜਾਂਦਾ ਸੀ ਸਾਰੇ। ਉਹਦੇ 'ਚ ਵਿਨਰ ਆਪਣੇ ਆਪ ਨੂੰ ਹੀ ਰੱਖ ਲੈਂਦਾ ਸੀ, ਕਿਉਂਕਿ ਉਹਨੇ ਆਪਣੀ ਪਾਵਰ ਦਿਖਾਉਣੀ ਹੁੰਦੀ ਸੀਗੀ ਗਰੀਕ ਲੋਕਾਂ ਨੂੰ। ਅੱਗੇ ਗੱਲ ਕਰ ਲਈਏ ਜੀ, ਤਾਂ ਇਹਨਾਂ ਖੇਡਾਂ ਦੇ ਜਿਹੜੇ ਫੇਮਸ ਐਥਲੀਟਸ ਨੇ ਉਹ ਕਿਹੜੇ ਕਿਹੜੇ ਹੈਗੇ ਨੇ। ਜੇ ਅਸੀਂ ਰਨਿੰਗ ਦੀ ਗੱਲ ਕਰੀਏ ਤਾਂ ਇਹ ਇੱਕ ਕੁਐਸਚਨ ਹੈ ਜਿਹੜਾ ਆਮ ਪੁੱਛ ਲਿਆ ਜਾਂਦਾ ਜੀ, ਕੋਰੋਬੀਅਸ ਆਫ ਐਲਿਸ, ਹੈ ਨਾ। ਤਾਂ ਇਹ ਬੰਦਾ ਜਿਹੜਾ ਪਹਿਲਾ ਵਿਨਰ ਹੈਗਾ ਏਸ਼ੀਅਨ ਓਲੰਪਿਕ ਗੇਮਸ ਦਾ, ਡਿਕਲੇਅਰਡ ਫਸਟ ਓਲੰਪਿਕ ਚੈਂਪੀਅਨ, ਹੈ ਨਾ। ਸਟੇਡੀਅਮ ਰੇਸ ਦੇ ਵਿੱਚ ਇਹ ਜਿੱਤਿਆ ਸੀਗਾ। ਉਸ ਤੋਂ ਬਾਅਦ ਆ ਜਾਂਦੇ ਆ ਜੀ ਔਰਿਸਪਸ ਆ ਜਾਂਦਾ ਹੈ ਨਾ। ਇਹ ਪਹਿਲਾ ਬੰਦਾ ਸੀਗਾ ਜਿਹੜਾ ਨੇਕਡ ਭੱਜਿਆ। ਅੱਗੇ ਲਿਓਨਾਈਡਸ ਆ ਜਾਂਦਾ ਜੀ, ਲਿਓਨਾਈਡਸ ਆਫ ਰੋਡਸ। ਤਾਂ ਇਹਨੇ 3 ਇਵੈਂਟਸ ਜਿਹੜੇ ਇਹਨਾਂ ਦੇ ਵਿੱਚ ਹਿੱਸਾ ਲਿਆ, ਅਤੇ ਵੱਡੀ ਗੱਲ ਇਹ ਸੀ ਕਿ ਇਹਨਾਂ ਨੇ 3 ਓਲੰਪਿਕਸ ਦੇ ਵਿੱਚੋਂ ਲਗਾਤਾਰ 3 ਜਾਂ 4 ਓਲੰਪਿਕਸ ਦੇ ਵਿੱਚੋਂ ਲਗਾਤਾਰ ਚੈਂਪੀਅਨ ਰਹੇ ਇਹ। ਤਾਂ ਇਹਨਾਂ ਦਾ ਨਾਮ ਹੈ ਜਿਹੜਾ ਉਹ ਬੜਾ ਜ਼ਿਆਦਾ ਚਰਚਿਤ ਰਿਹਾ ਪੁਰਾਣੀਆਂ ਓਲੰਪਿਕ ਗੇਮਸ ਦੇ ਵਿੱਚ। ਤਾਂ ਇੱਕ ਲਿਓਨਾਈਡਸ ਦੂਸਰੇ ਸੀਗੇ ਜਿਹੜੇ ਗ੍ਰੀਕੋ ਪਰਸ਼ੀਅਨ ਵਾਰ ਦੇ ਵਿੱਚ ਸੀਗੇ, ਜਿਨ੍ਹਾਂ ਦੇ ਉੱਪਰ 300 ਮੂਵੀ ਬਣੀ ਹੋਈ ਹੈ। ਉਹ ਲਿਓਨਾਈਡਸ ਅਲੱਗ ਸੀਗੇ, ਹੈ ਨਾ। ਇਹ ਲਿਓਨਾਈਡਸ ਅਲੱਗ ਹੈ, ਉਹ ਲਿਓਨਾਈਡਸ ਨਹੀਂ ਹੈਗੇ। ਅੱਗੇ ਆ ਗਿਆ ਜੀ ਕੁਆਇਨਸ ਆਫ ਸਪਾਰਟਾ ਆ ਗਿਆ, ਹੈ ਨਾ। ਅੱਗੇ ਐਸਟਿਓਲਸ ਆਫ ਕਰੋਟਿਨ ਆ ਗਿਆ, ਅਲੈਗਜ਼ੈਂਡਰ ਵਨ ਆ ਗਿਆ ਮੈਸੀਡੋਨੀਆ ਦਾ। ਤਾਂ ਅੱਗੇ ਕੰਬੈਟ ਦੇ ਵਿੱਚ ਆ ਗਏ, ਹੈ ਨਾ। ਕੰਬੈਟ ਤੋਂ ਬਾਅਦ ਇੱਕ ਇਹ ਨਾਮ ਬੜਾ ਇੰਪੋਰਟੈਂਟ ਹੈ ਜੀ, ਮਿਲੋ ਆਫ ਕਰੋਟੋਨ। ਤਾਂ ਮਿਲੋ ਆਫ ਕਰੋਟਨ ਹੈ ਜਿਹੜਾ ਬੇਸਿਕਲੀ ਰੈਸਲਿੰਗ ਦੇ ਨਾਲ ਸੰਬੰਧਿਤ ਹੈ। ਜਿਹੜੀ ਮਾਡਰਨ ਡੇ ਦੀ ਲਾ ਲਓ ਸਪੋਰਟਸ ਟ੍ਰੇਨਿੰਗ ਹੈ, ਕਿਤੇ ਨਾ ਕਿਤੇ ਇਹਦਾ ਰੈਫਰੈਂਸ ਤੁਹਾਨੂੰ ਜ਼ਰੂਰ ਮਿਲੇਗਾ, ਕਿਉਂਕਿ ਇਹ ਮੰਨਿਆ ਜਾਂਦਾ ਕਿ ਜਦੋਂ ਛੋਟਾ ਹੁੰਦਾ ਸੀ ਤਾਂ ਇਹਨਾਂ ਦੇ ਘਰੇ ਉਸ ਟਾਈਮ 'ਤੇ ਕੋਈ ਛੋਟਾ ਲਾ ਲਓ, ਜਿਵੇਂ ਆਪਾਂ ਕੋਈ ਮੱਝ ਦਾ ਬੱਚਾ ਕੱਟੀ ਲਾ ਲਓ, ਹੈ ਨਾ, ਕਿ ਉਹ ਹੁੰਦਾ ਸੀ ਇਹਨਾਂ ਦੇ ਘਰੇ ਛੋਟਾ ਬੱਛਰੂ ਦਿੱਤਾ ਸੀ, ਉਹਨੇ ਕੱਟਾ ਦਿੱਤਾ ਸੀਗਾ। ਤਾਂ ਇਹ ਛੋਟਾ ਹੁੰਦਾ ਉਹਨੂੰ ਚੱਕਣ ਲੱਗ ਗਿਆ ਸੀ, ਤਾਂ ਜਿਵੇਂ ਜਿਵੇਂ ਇਹ ਵੱਡਾ ਹੋਈ ਗਿਆ ਉਹ ਵੀ ਵੱਡਾ ਹੋਈ ਗਿਆ। ਤਾਂ ਜਦੋਂ ਪੂਰਾ ਵੱਡਾ ਹੋ ਗਿਆ ਸੀ ਉਦੋਂ ਵੀ ਉਹਨੂੰ ਚੱਕ ਲੈਂਦਾ ਸੀ। ਤਾਂ ਇੱਕ ਤਰ੍ਹਾਂ ਦੀ ਜਿਹੜੀ ਲੋਡ ਟ੍ਰੇਨਿੰਗ ਹੈ ਨਾ, ਉਹ ਇਹਨੇ ਕਰਨੀ ਸ਼ੁਰੂ ਕਰਤੀ ਸੀ। ਤਾਂ ਇੱਕ ਤਰ੍ਹਾਂ ਦੀ ਦੇਖੋ ਕਿਹੋ ਜਿਹੀ ਟ੍ਰੇਨਿੰਗ ਹੈ ਕਿ ਦੋਨੋਂ ਵੱਡੇ ਹੋਏ ਜਾ ਰਹੇ ਨੇ, ਤਾਂ ਉਹ ਆਪਣੇ ਮਸਲਸ ਨੂੰ ਕੈਪੇਬਲ ਬਣਾ ਰਿਹਾ ਕਿ ਉਹਨਾਂ ਵੇਟ ਹੈ ਜਿਹੜਾ ਉਹ ਕੈਰੀ ਕਰ ਸਕੇ। ਤਾਂ ਮਿਲੋ ਆਫ ਕਰੋਟਿਨ ਇਹ ਨਾਮ ਆਉਂਦਾ ਜੀ। ਉਸ ਤੋਂ ਬਾਅਦ ਹੋਰ ਬਹੁਤ ਸਾਰੇ ਨਾਮਸ ਨੇ, ਇੰਪੋਰਟੈਂਟ ਨਾਮ ਇਹੀ ਨੇ। ਬਾਕੀ ਇੱਕ ਵਾਰ ਸਕਰੀਨਸ਼ਾਟ ਲੈ ਕੇ ਤੁਸੀਂ ਜੇ ਪੜ੍ਹਨਾ ਤਾਂ ਪੜ੍ਹ ਸਕਦੇ ਹੋ, ਇਹ ਨਾਮ ਵੀ ਇਸ ਦੇ ਵਿੱਚ ਇਨਵੋਲਵ ਹੈਗੇ ਨੇ। ਕੁਛ ਇਹ ਇੰਪੋਰਟੈਂਟ ਟਰਮਸ ਹੈਗੀਆਂ ਨੇ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਨੇ ਜੀ। ਹਿਲੈਨੋਡਿਕਾਈ ਜਿਹੜਾ ਵਰਡ ਹੈ ਯੂਜ਼ ਕੀਤਾ ਜਾਂਦਾ ਜੱਜਸ ਦੇ ਲਈ। ਇਹਨਾਂ ਦੇ ਲਈ ਦੂਸਰਾ ਜਿਹੜਾ ਵਰਡ ਯੂਜ਼ ਕੀਤਾ ਜਾਂਦਾ ਉਹ ਯੂਜ਼ ਕੀਤਾ ਜਾਂਦਾ ਜੀ ਐਗਨੋਥੇਟਾਈ। ਇਸ ਤੋਂ ਬਾਅਦ ਜਿਹੜਾ ਹੋਰ ਵਰਡ ਹੈਗਾ ਸਾਡੇ ਕੋਲ ਜੀ ਉਹ ਹੈਗਾ ਹੈਰਾਲਡਸ ਬੇਸਿਕਲੀ ਇੱਕ ਨਿਊਜ਼ਪੇਪਰ ਵੀ ਹੈ ਬ੍ਰਿਟਿਸ਼ ਦਾ, ਬੜਾ ਮਸ਼ਹੂਰ ਹੈ ਜਿਹੜਾ ਪਾਪੂਲਰ ਨਿਊਜ਼ਪੇਪਰ ਹੈਗਾ ਹੈਰਾਲਡ। ਇੱਕ ਹੈਰਾਲਡ ਤੁਸੀਂ ਘਪਲਾ ਵੀ ਸੁਣਿਆ ਹੋਵੇਗਾ ਇੰਡੀਆ ਦੇ ਵਿੱਚ। ਅਤੇ ਇਸ ਤੋਂ ਇਲਾਵਾ ਜਿਹੜਾ ਹੈਰਾਲਡ ਹੈ ਉਸ ਟਾਈਮ ਉਹਨਾਂ ਨੂੰ ਆਖਿਆ ਜਾਂਦਾ ਸੀ ਜਿਹੜੇ ਐਡਵਰਟਾਈਜ਼ਰ ਹੁੰਦੇ ਸੀ ਨਾ, ਜਿਹੜੇ ਕਿ ਗੇਮਸ ਦੇ ਬਾਰੇ ਅਨਾਊਂਸ ਕਰਦੇ ਹੁੰਦੇ ਸੀ ਜਾ ਕੇ ਕਿ ਖੇਡਾਂ ਸ਼ੁਰੂ ਹੋ ਗਈਆਂ ਨੇ। ਤਾਂ ਇਸੇ ਤਰੀਕੇ ਨਾਲ ਜਿਹੜਾ ਇਹਨਾਂ ਦਾ ਦੂਸਰਾ ਨਾਮ ਸੀਗਾ ਉਹ ਹੈਗਾ ਸੀਗਾ ਜੀ ਸਪੌਂਡੋਫੋਰਾਈ। ਐਥਲੀਟ ਨੂੰ ਕਿਹਾ ਜਾਂਦਾ ਸੀਗਾ ਜੀ ਥਿਓਰਾਈ। ਪ੍ਰੋਫੈਸ਼ਨਲ ਜਿਹੜੇ ਟ੍ਰੇਨਰ ਸੀ ਉਹਨਾਂ ਨੂੰ ਜਿਮਨਾਸਟਿਕਸ ਬੋਲਿਆ ਜਾਂਦਾ ਸੀ। ਜਿਹੜੇ ਫਿਜ਼ੀਕਲ ਟ੍ਰੇਨਰ ਹੁੰਦੇ ਸੀ ਉਹਨਾਂ ਨੂੰ ਪੈਡੋ ਟਰਾਈਬ ਬੋਲਿਆ ਜਾਂਦਾ ਸੀ। ਜਿਹੜੇ ਪੁਲਿਸ ਅਫਸਰ ਹੁੰਦੇ ਸੀ ਜਿਹੜੇ ਉਹਨੂੰ ਡਿਸਿਪਲਿਨ ਮੇਨਟੇਨ ਕਰਦੇ ਸੀ ਉਸ ਟਾਈਮ 'ਤੇ, ਉਹਨੂੰ ਐਲੀਟਾਈ ਬੋਲਿਆ ਜਾਂਦਾ ਸੀ।
ਤੇ ਜਿਹੜਾ ਵਿਕਟਰੀ ਕਰਾਊਨ ਹੁੰਦਾ ਸੀ ਉਹਨੂੰ ਕੋਟੀਨੋਸ ਬੋਲਿਆ ਜਾਂਦਾ ਸੀ, ਤੇ ਜਿਹੜਾ ਸੈਕਰਡ ਟਰੀ ਹੈਗਾ ਉਹਨੂੰ ਕੈਲੀਸਟੈਫਨੇਸ ਬੋਲਿਆ ਜਾਂਦਾ ਸੀ। ਤਾਂ ਇਹ ਬੇਸਿਕਲੀ ਗ੍ਰੀਕ ਨਾਮ ਹੈਗੇ ਨੇ, ਜਿਹੜੇ ਅੱਜ ਕੱਲ੍ਹ ਅਸੀਂ ਨੋਰਮਲ ਵਰਡ ਯੂਜ਼ ਕਰਦੇ ਹਾਂ ਉਹਨਾਂ ਦੇ ਗ੍ਰੀਕ ਨਾਮ ਹੈਗੇ ਨੇ। ਕਈ ਵਾਰ ਇਹ ਵੀ ਕੁਐਸਚਨ ਦੇ ਵਿੱਚ ਜਿਹੜਾ ਪੇਪਰ ਦੇ ਵਿੱਚ ਪੁੱਛ ਲਏ ਜਾਂਦੇ ਨੇ। ਉਸ ਤੋਂ ਅੱਗੇ ਇੱਕ ਇਹ ਇੰਪੋਰਟੈਂਟ ਚੀਜ਼ ਹੈਗੀ ਹੈ ਜੀ ਕਿ ਜਿਹੜੀਆਂ ਕੁੜੀਆਂ ਸੀ, ਔਰਤਾਂ ਸੀ, ਉਹਨਾਂ ਨੂੰ ਗੇਮਾਂ ਦੇ ਵਿੱਚ ਭਾਗ ਲੈਣ ਨਹੀਂ ਸੀ ਦਿੱਤਾ ਜਾਂਦਾ ਹੈ ਨਾ। ਤਾਂ ਇਹ ਰੂਲ ਸੀਗਾ ਕਿ ਕੁੜੀਆਂ ਨਾ ਹੀ ਤਾਂ ਖੇਡਾਂ ਦੇ ਵਿੱਚ ਭਾਗ ਲੈ ਸਕਦੀਆਂ ਨੇ ਅਤੇ ਨਾ ਹੀ ਖੇਡਾਂ ਨੂੰ ਦੇਖ ਸਕਦੀਆਂ ਨੇ। ਅਤੇ ਇਹਦੇ ਵਿੱਚ ਵੀ ਇੱਕ ਐਕਸੈਪਸ਼ਨਲ ਕੇਸ ਹੈਗਾ, ਇੱਕ ਪ੍ਰੀਸਟੈਸ ਹੈਗੀ ਸੀ ਜਿਹਦਾ ਨਾਮ ਹੈਗਾ ਸੀਗਾ ਉਹ ਹੈਗੀ ਸੀ ਡੈਮਟਰ ਦੀ ਹੈ ਨਾ, ਚਾਈਮਨ ਹੈ ਨਾ। ਤਾਂ ਉਹਨੇ ਕੀ ਕੀਤਾ ਸੀਗਾ ਇੱਕ ਵਾਰ ਵੀ ਉਹਨਾਂ ਨੇ ਕੀ ਕੀਤਾ ਸੀਗਾ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਟ੍ਰੇਨਿੰਗ ਦਿੱਤੀ। ਬੇਟੇ ਨੂੰ ਟ੍ਰੇਨਿੰਗ ਦੇਣ ਤੋਂ ਬਾਅਦ ਜਦੋਂ ਉਹਨਾਂ ਦਾ ਬੇਟਾ ਜਿੱਤ ਜਾਂਦਾ ਹੈ ਤਾਂ ਉਹ ਜਿਹੜੀ ਆਡੀਅנס ਹੁੰਦੀ ਹੈ ਉਹਦੇ ਵਿੱਚੋਂ ਭੱਜ ਕੇ ਬਾਹਰ ਆਉਂਦੀ ਆ। ਤਾਂ ਇੱਕ ਉਹਨੂੰ ਬੇਸਿਕਲੀ ਅਸੀਂ ਬਾਗੀ ਔਰਤ ਕਹਿ ਸਕਦੇ ਹਾਂ ਨਾ, ਰੈਬੇਲੀਅਨ ਕਹਿ ਸਕਦੇ ਹਾਂ, ਕਿਉਂਕਿ ਔਰਤਾਂ ਦਾ ਵੀ ਇਹ ਸੀਗਾ ਕਿ ਬਰਾਬਰ ਹੱਕ ਹੋਣਾ ਚਾਹੀਦਾ ਸੀ ਪਾਰਟੀਸਪੇਟ ਕਰਨ ਦਾ, ਜਾਂ ਘੱਟੋ ਘੱਟ ਦੇਖਣ ਦਾ ਤਾਂ ਹੱਕ ਬਣਦਾ ਹੀ ਸੀਗਾ। ਤਾਂ ਉਹਨਾਂ ਨੇ ਬਾਹਰ ਆ ਕੇ ਆਪਣਾ ਇਸੇ ਕਰਕੇ ਕੱਪੜੇ ਲਾ ਕੇ ਆਪਣਾ ਜਿਹੜਾ ਸੈਕਸ ਸੀਗਾ ਉਹ ਸ਼ੋਅ ਕੀਤਾ ਕਿ ਮੈਂ ਇੱਕ ਔਰਤ ਆ, ਹੈ ਨਾ। ਇੱਕ ਬਾਗੀਪੁਣਾ ਸੀ ਜਿਹੜਾ ਉੱਥੇ ਦਿਖਾਇਆ। ਤਾਂ ਇਸ 'ਤੇ ਜਿਹੜਾ ਉੱਥੋਂ ਦੇ ਰਾਜੇ ਸੀ ਉਹ ਬੜੇ ਕ੍ਰੋਧਿਤ ਹੋਏ ਕਿ ਇਹਨੇ ਬੜਾ ਗਲਤ ਕੀਤਾ ਹੈ ਕਿ ਸਾਡੇ ਜਿਹੜੇ ਟਰੈਡੀਸ਼ਨ ਸੀ, ਰੂਲ ਰੈਗੂਲੇਸ਼ਨ ਸੀ ਉਹ ਤੋੜੇ ਨੇ। ਤਾਂ ਇਸ ਤਰ੍ਹਾਂ ਕਰਨ ਵਾਲੇ ਨੂੰ ਉਦੋਂ ਇੱਕੋ ਹੀ ਸਜ਼ਾ ਦਿੱਤੀ ਜਾਂਦੀ ਸੀ, ਮੌਤ ਦੀ ਸਜ਼ਾ। ਪਰ ਕਿਉਂਕਿ ਜਿਹੜੀ ਉਹ ਔਰਤ ਸੀ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਪਹਿਲਾਂ ਵੀ ਬਹੁਤ ਸਾਰੇ ਓਲੰਪਿਕ ਚੈਂਪੀਅਨ ਹੋਏ ਸੀ, ਅਤੇ ਪ੍ਰੈਜੈਂਟਲੀ ਉਹਦੇ ਬੇਟੇ ਨੇ ਵੀ ਓਲੰਪਿਕ ਦੇ ਵਿੱਚ ਰੇਸ ਹੈ ਜਿਹੜੀ ਜਿੱਤ ਕੇ ਪਹਿਲਾ ਸਥਾਨ ਹੈ ਜਿਹੜਾ ਹਾਸਲ ਕੀਤਾ ਸੀ। ਇਹ ਸਭ ਕੁਛ ਦੇਖਦੇ ਹੋਏ ਉਸ ਔਰਤ ਨੂੰ ਜਿਹੜਾ ਮਾफ़ ਕਰ ਦਿੱਤਾ ਗਿਆ। ਪਰ ਉਸ ਤੋਂ ਬਾਅਦ ਓਲੰਪਿਕਸ ਦੇ ਵਿੱਚ ਫਿਰ ਇਹ ਰੂਲ ਬਣਾ ਦਿੱਤਾ ਗਿਆ ਕਿ ਕੋਈ ਵੀ ਬੰਦਾ ਜਿਹੜਾ ਇੱਥੇ ਭਾਗ ਲਊਗਾ ਉਹ ਨੇਕਡ ਲਊਗਾ, ਯਾਨੀ ਕਿ ਵਿਦਾਊਟ ਕਲੋਥਸ ਹੈ ਜਿਹੜਾ ਉਹ ਭਾਗ ਲਏਗਾ ਇਹਨਾਂ ਖੇਡਾਂ ਦੇ ਵਿੱਚ, ਤਾਂ ਕਿ ਜਿਹੜਾ ਸੈਕਸ ਆ ਉਹ ਪਹਿਲਾਂ ਹੀ ਪਤਾ ਲੱਗ ਸਕੇ, ਕਿ ਉਹ ਜੈਂਡਰ ਪਤਾ ਲੱਗ ਸਕੇ ਕਿ ਮੇਲ ਹੈ ਅਤੇ ਜਾਂ ਫਿਰ ਫੀਮੇਲ ਆ। ਇਸ ਤੋਂ ਇਲਾਵਾ ਕੁੜੀਆਂ ਦੇ ਲਈ ਇੱਕ ਸੈਪਰੇਟ ਫੈਸਟੀਵਲ ਕਰਵਾਇਆ ਜਾਂਦਾ ਸੀ ਜਿਹਨੂੰ ਗੋਡੈਸ ਹਿਰਾਕਾ ਦੇ ਲਈ ਉਹਨੂੰ ਹੈਰੀਅਨ ਗੇਮਸ ਵੀ ਬੋਲ ਦਿੱਤਾ ਜਾਂਦਾ ਸੀ, ਜਾਂ ਹਿਰਾਕਾ ਗੇਮਸ ਵੀ ਬੋਲ ਦਿੱਤਾ ਜਾਂਦਾ ਸੀਗਾ। ਤਾਂ ਔਰਤਾਂ ਦੇ ਲਈ ਇਹ ਖੇਡਾਂ ਸੀ ਜਿਹੜੀਆਂ ਕਰਵਾਈਆਂ ਜਾਂਦੀਆਂ ਸੀ। ਤਾਂ ਬੇਸਿਕਲੀ ਇਹ ਹੈਗਾ ਸੀਗਾ ਜੀ ਓਲੰਪਿਕਸ ਦੇ ਬਾਰੇ ਮੇਨ ਫੈਕਟ ਸੀਗੇ ਜਿਹੜੇ ਉਹ ਅਸੀਂ ਨੇ ਦਿੱਤੇ ਨੇ। ਇਸ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਜੀ ਮਾਡਰਨ ਓਲੰਪਿਕ ਗੇਮਸ, ਉਹਨਾਂ ਦੇ ਵਿੱਚ ਜਿਹੜੇ ਮੇਨ ਫੈਕਟ ਹੈਗੇ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਇਹਦੇ ਵਿੱਚੋਂ ਜੇ ਤੁਹਾਡੀ ਕੋਈ ਕੁਐਰੀ ਹੋਵੇ, ਕੋਈ ਕੁਐਸਚਨ ਹੋਵੇ ਤਾਂ ਤੁਸੀਂ ਸਾਨੂੰ ਸਾਡੇ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਜੀ। ਧੰਨਵਾਦ।